ਲੜੀਵਾਰ ਕਥਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਵਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਕਥਾ ਸਰਵਣ ਕਰ ਰਹੇ ਹੋ। ਜਗਤ ਗੁਰੂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹਨ। ਅਨੇਕਾਂ ਜੀਵਾਂ ਦੀ ਕਲਿਆਣ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਕੀਤੀ ਹੈ। ਸਤਿਕਾਰਯੋਗ ਬਾਬਾ ਮੂਲ ਚੰਦ ਸਾਹਿਬ ਜੀ ਔਰ ਮਾਤਾ ਚੰਦੋ ਰਾਣੀ ਜੀ ਸੁਲਤਾਨਪੁਰ ਸਾਹਿਬ ਆਏ ਹੋਏ ਨੇ। ਨਵਾਬ ਦੌਲਤ ਖਾਂ ਮਹਾਰਾਜ ਜੀ ਦਾ ਮੁਰੀਦ ਹੋ ਗਿਆ ਹੈ। ਸਤਿਗੁਰਾਂ ਦੇ 760 ਰੁਪਈਏ ਜਿਹੜੇ ਵਧੇ ਸਨ, ਉਹਦੇ ਵਿੱਚੋਂ 380 ਰੁਪਈਏ ਬਾਬਾ ਮੂਲ ਚੰਦ ਸਾਹਿਬ ਨੂੰ ਮਾਤਾ ਸੁਲੱਖਣੀ ਜੀ ਹੋਣਾ ਨੂੰ ਦਿੱਤੇ ਹਨ। ਬਾਕੀ ਨਵਾਬ ਦੌਲਤ ਖਾਂ ਨੇ ਗੁਰੂ ਸਾਹਿਬ ਜੀ ਦੇ ਹੁਕਮ ਦੀ ਪਾਲਣਾ ਮੰਨ ਕੇ ਪਾਲਣਾ ਕਰਦਿਆਂ ਹੋਇਆਂ ਫਕੀਰਾਂ ਵਿੱਚ ਦਾਨ ਕਰ ਦਿੱਤਾ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਵੇਈ ਨਦੀ ਦੇ ਕਿਨਾਰੇ ਤੇ ਅੰਮ੍ਰਿਤ ਵੇਲੇ ਪਹੁੰਚੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਅਰਣੋਂ ਦਤ ਉਠਿਆਰ ਤਿਹਾਰੀ। ਦੁੱਖਾਂ ਦਾ ਨਾਸ ਕਰਨ ਵਾਲੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ। ਗਵਨੇ ਜਹ ਸਰਤਾ ਬਰਬਾਰੀ। ਸਤਿਗੁਰੂ ਜੀ ਉੱਥੇ ਗਏ ਜਿੱਥੇ ਵੇਈ ਨਦੀ ਦਾ ਨਿਰਮਲ ਜਲ ਵਗਦਾ ਹੈ। ਸਤਿਗੁਰੂ ਵੇਈ ਦੇ ਜਿੱਤੇ ਜਾ ਕੇ ਨਿਤਾ ਪ੍ਰਤੀ ਇਸ਼ਨਾਨ ਕਰਿਆ ਕਰਦੇ ਸਨ। ਵੇਈ ਨਦੀ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਗਏ ਹਨ। ਕਰਦਾਂ ਤਨ ਮੁਖ ਜਲਜ ਬਖਾਰਾ। ਸਤਿਗੁਰੂ ਜੀ ਨੇ ਜਾ ਕੇ ਦਾਤਣ ਕੀਤੀ ਹੈ। ਦਾਤਣ ਕਰਕੇ ਵੇਈ ਦੇ ਜਲ ਨਾਲ ਹੀ ਕੁਰਲਾ ਕੀਤਾ ਹੈ। ਪੁਨ ਮੱਜਨ ਕੀ ਵੇ ਮਝਾਰਾ। ਔਰ ਵੇਈ ਦੇ ਨਿਰਮਲ ਸਵੱਛ ਜਲ ਵਿੱਚ ਇਹਨੂੰ ਚਿੱਟੀ ਵੇਈ ਕਹਿੰਦੇ ਸਨ ਖਾਲਸਾ ਜੀ। ਸਮਾਂ ਪਾ ਕੇ ਜਿਵੇਂ ਜਿਵੇਂ ਵਾਤਾਵਰਨ ਦੂਸ਼ਿਤ ਹੋਇਆ ਇਹ ਵੇਈ ਕਾਲੀ ਵੇਈ ਹੋ ਗਈ। ਪਰ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਬਿਰਾਜਮਾਨ ਸਨ, ਉਦੋਂ ਇਸ ਵੇਈ ਨੂੰ ਚਿੱਟੀ ਵੇਈ ਨਦੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਈ ਦੇ ਸਵੱਛ ਨਿਰਮਲ ਜਲ ਦੇ ਵਿੱਚ ਇਸ਼ਨਾਨ ਕੀਤਾ ਹੈ। ਵਹਿਰ ਨਿਕਸ ਕਰ ਪਹੁੰਚ ਸਰੀਰਾ। ਔਰ ਵੇਈ ਦੇ ਨਿਰਮਲ ਜਲ 'ਚ ਇਸ਼ਨਾਨ ਕਰਕੇ ਬਾਹਰ ਆਏ ਨੇ ਤੇ ਸਰੀਰ ਨੂੰ ਚਾਦਰੇ ਨਾਲ ਪੂੰਝਿਆ ਹੈ। ਕੀਨ ਕੁਪੀਨ ਹੈ ਗੁਨੀ ਗਹੀਰਾ। ਤੇੜ ਸਰੀਰ ਪਾਤਸ਼ਾਹ ਨੇ ਬਸਤਰ ਧਾਰਨ ਕੀਤੇ ਹਨ। ਭੇ ਇਸ ਸਥਿਤ ਤਹ ਹੇਰਿਓ ਰੋਰਾ। ਮਹਾਰਾਜ ਜੀ ਨਾਲ ਹੀ ਵੇਈ ਨਦੀ ਦੇ ਕੁਝ ਸਮੇਂ ਲਈ ਬੈਠ ਗਏ। ਲੋ ਲੱਗ ਗਈ, ਦਿਨ ਚੜ ਗਿਆ। ਇੱਕਦਮ ਸਤਿਗੁਰੂ ਜੀ ਨੇ ਸ਼ੋਰ ਸੁਣਿਆ, ਰੌਲਾ ਪਿਆ ਹੋਇਆ। ਮਹਾਰਾਜ ਜੀ ਦੇ ਕੰਨੀ ਆਵਾਜ਼ ਆਈ, ਹੁਤੋ ਜਗਾਤੀ ਖਤਰੀ ਠੌਰਾ। ਕੀ ਵੇਖਿਆ ਜਾ ਕੇ ਨੇੜੇ ਵੀ ਰੌਲਾ ਕਾਹਦਾ ਹੈ? ਵੇਈ ਨਦੀ ਦੇ ਉੱਤੋਂ ਇੱਕ ਪੁਲ ਲੰਘਦਾ ਸੀ ਤੇ ਉਸ ਪੁਲ ਦੇ ਉੱਤੇ ਇੱਕ ਖੱਤਰੀ ਜਾਤੀ ਦਾ ਸਿਪਾਹੀ ਖੜਾ ਸੀ। ਉਹ ਉੱਥੋਂ ਲੰਘਣ ਵਾਲਾ ਇੱਕ ਬ੍ਰਾਹਮਣ ਸੀ, ਗਊ ਲੈ ਕੇ ਲੰਘ ਰਿਹਾ ਸੀ। ਉਹਦੇ ਤੇ ਜ਼ਬਰਦਸਤੀ ਉਹਦੇ ਕੋਲੋਂ ਟੈਕਸ ਲੈਂਦਾ ਸੀ। ਕਹਿੰਦਾ ਵੀ ਤੈਨੂੰ ਮੇਰੇ ਕੋਲ ਜਗਾਤ ਭਰਨੀ ਪੈਣੀ ਹੈ, ਮੈਂ ਤਾਂ ਤੈਨੂੰ ਪੁਲ ਤੋਂ ਲੰਘਣ ਦੇਣਾ। ਹਾਲਾਂਕਿ ਇੱਕ ਪਸ਼ੂ ਦੇ ਉੱਤੇ, ਜਾਨਵਰ ਗਊ ਹੈ, ਉਹਦੇ ਉੱਤੇ ਕਾਹਦਾ ਟੈਕਸ ਲੱਗਣਾ ਸੀ? ਜ਼ਬਰਦਸਤੀ, ਕਿਉਂਕਿ ਧੱਕੇ ਦੇ ਨਾਲ ਇਹਨਾਂ ਨੇ ਜਗਾਤ ਲਾਈ ਹੋਈ ਸੀ ਲੋਕਾਂ ਤੇ। ਮਹਾਰਾਜ ਜੀ ਨੇ ਇਸ ਗੱਲ ਦਾ ਖੰਡਨ ਕੀਤਾ ਵੀ ਤੁਸੀਂ ਧਰਮ ਸਥਾਨਾਂ ਦੇ ਯਾਤਰਾ ਉੱਤੇ ਜਾਂ ਧਾਰਮਿਕ ਸਥਾਨਾਂ ਦੇ ਉੱਤੇ ਇਹਨਾਂ ਨੇ ਵਾਧੂ ਦੀਆਂ ਜਗਾਤਾਂ ਲਾ ਕੇ ਲੋਕਾਂ ਕੋਲੋਂ ਜ਼ਬਰਦਸਤੀ ਜਗਾਤ ਲੈਂਦੇ ਸੀ। ਤੋ ਇੱਥੇ ਵੀ ਉਹ ਖੱਤਰੀ ਸੀ ਜਿਹੜਾ ਧੱਕਾ ਕਰ ਰਿਹਾ ਸੀ, ਸਿਪਾਹੀ ਸੀ ਤੇ ਕਿਸੇ ਨਵਾਬ ਦੇ ਕੋਲ ਨੌਕਰੀ ਕਰਦਾ ਸੀ। ਉਹ ਜ਼ਬਰਦਸਤੀ ਪੰਡਤ ਦੇ ਨਾਲ ਲੜ ਰਿਹਾ। ਪੰਡਤ ਕਹਿੰਦਾ ਮੈਂ ਕਾਹਦਾ ਜਗਾਤ ਭਰਾਂ, ਮੇਰਾ ਤਾਂ ਟੈਕਸ ਬਣਦਾ ਹੀ ਨਹੀਂ। ਗਊ ਹੈ, ਇੱਥੋਂ ਪੁਲ ਤੋਂ ਲੈ ਕੇ ਲੰਘਣੀ ਹੈ, ਕੋਈ ਗੱਡਾ ਤੇ ਨਹੀਂ ਲੈ ਕੇ ਲੰਘ ਰਿਹਾ ਜਾਂ ਕੋਈ ਵਾਹਨ ਨਹੀਂ ਲੈ ਕੇ ਲੰਘ ਰਿਹਾ ਵੀ ਜਿਹਦੇ ਤੇ ਤੂੰ ਟੈਕਸ ਲਾਣਾ। ਇੱਕ ਜਾਨਵਰ ਦੇ ਉੱਤੇ ਗਊ ਨੂੰ ਇੱਥੋਂ ਪਾਰ ਕਰਾ ਕੇ ਲੈ ਕੇ ਜਾਣਾ, ਇਹਦੇ ਤੇ ਕਾਹਦਾ ਟੈਕਸ ਹੈ? ਉਹ ਕਹਿੰਦਾ ਜੋ ਮਰਜ਼ੀ ਆ, ਮੈਂ ਤਾਂ ਟੈਕਸ ਲੈਣਾ ਹੀ ਲੈਣਾ, ਮੈਂ ਜਗਾਤ ਲਏ ਬਿਨਾਂ ਤੈਨੂੰ ਇੱਥੋਂ ਲੰਘਣ ਨਹੀਂ ਦੇਣਾ। ਇੱਦਾਂ ਆਪਸ ਵਿੱਚ ਲੜਾਈ ਹੋ ਰਹੀ ਸੀ।
ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਾ ਕੇ ਵੇਖਿਆ ਇਕ ਦਵਿਜ ਧੇਨ ਆਨ ਤੋ ਰੋਕਾ ਕਿ ਇੱਕ ਪੰਡਤ ਜੀ ਗਊ ਲੈ ਕੇ ਆ ਰਹੇ ਸਨ, ਉਹਨੂੰ ਇਸ ਖੱਤਰੀ ਨੇ ਰੋਕਿਆ ਹੋਇਆ ਹੈ। ਦਿਓ ਜਗਾਤ ਆਨ ਤੋ ਸੋਕਾ, ਕਹਿਣ ਲੱਗਾ ਵੀ ਮੈਨੂੰ ਜਗਾਤ ਦੇਂਗਾ ਤਾਂ ਮੈਂ ਤੈਨੂੰ ਇੱਥੋਂ ਲੰਘਣ ਦੇਣਾ। ਬ੍ਰਾਹਮਣ ਕਹੇ ਵੀ ਗਊ ਦੇ ਉੱਤੇ ਕਾਹਦੀ ਜਗਾਤ? ਉਹ ਕਹਿੰਦਾ ਮੈਂ ਲੈਣੀ ਆ, ਮੈਂ ਤਾਂ ਆਪਣੇ ਖੀਸੇ 'ਚ ਪਾਉਣੀ ਹੈ, ਕਿਉਂਕਿ ਇਹ ਰਿਸ਼ਵਤਖੋਰੀ ਸੀ। ਭਾਵੇਂ ਕਿ ਉਸ ਵੇਲੇ ਸ਼ਾਇਦ ਗਊ ਦੇ ਉੱਤੇ ਟੈਕਸ ਨਾ ਹੀ ਲੱਗਦਾ ਹੋਵੇ ਉਹਦੇ ਤੇ, ਪਰ ਉਹ ਜ਼ਬਰੀ ਲਾ ਰਿਹਾ ਸੀ ਵੀ ਮੈਂ ਲੈਣਾ, ਵੀ ਇਹ ਵਾਧੂ ਦੀ ਕਮਾਈ ਜਿਹੜੀ ਹੈ ਮੈਂ ਆਪਣੇ ਖੀਸੇ 'ਚ ਪਾਉਣੀ ਹੈ। ਇਦਾਂ ਦੀ ਬਿਰਤੀ ਦਾ ਉਹ ਖੱਤਰੀ ਸੀ। ਬ੍ਰਾਹਮਣ ਕਹੇ ਵੀ ਮੈਂ ਜਗਾਤ ਦੇਣੀ ਨਹੀਂ, ਉਹ ਕਹਿੰਦਾ ਮੈਂ ਲੰਘਣ ਨਹੀਂ ਦੇਣਾ ਇੱਥੋਂ। ਇਦਾਂ ਇਹਨਾਂ ਦੀ ਲੜਾਈ ਹੋ ਰਹੀ ਹੈ। ਜਾਚੇ ਕਿਤਕ ਨਹੀਂ ਤੇ ਪਾਸੇ, ਫਿਰ ਬ੍ਰਾਹਮਣ ਨੇ ਅਖੀਰ ਨੂੰ ਆਖਿਆ ਵੀ ਮੇਰੇ ਕੋਲ ਆ ਥੋੜੇ ਜਿਹੇ ਪੈਸੇ ਨੇ, ਲੈ ਲੈ। ਜਿੰਨੇ ਕੋ ਦੀ ਜੇਬ 'ਚ ਸੀ, ਗਰੀਬ ਸੀ, ਬ੍ਰਾਹਮਣ ਨੇ ਆਪਣੀ ਜੇਬ 'ਚੋਂ ਖੀਸੇ 'ਚੋਂ ਕੱਢ ਕੇ ਦਿੱਤੇ। ਕਹਿੰਦਾ ਇੰਨੇ ਨਹੀਂ, ਵੱਧ ਲੈਣੇ ਨੇ। ਉਹ ਕਹੇ ਮੇਰੇ ਕੋਲ ਇੰਨੇ ਹੀ ਨਹੀਂ, ਆਹੀ ਲੈ ਲੈ ਜੇ ਤੂੰ ਲੈਣੀ ਹੈ। ਪਹਿਲੀ ਗੱਲ ਤਾਂ ਗਊ ਦੇ ਉੱਤੇ ਕਰ ਬਣਦਾ ਨਹੀਂ ਹੈ। ਚਲੋ ਜੇ ਤੂੰ ਕਹਿਣਾ ਮੈਂ ਤੈਨੂੰ ਦੇ ਦਿੰਨਾ, ਪਰ ਆ ਜਿੰਨੇ ਹੈ ਨੇ ਇੰਨੇ ਲੈ ਲੈ। ਉਹ ਕਹੇ ਨਹੀਂ, ਮੈਂ ਤਾਂ ਇਹਦੇ ਤੋਂ ਦੁੱਗਣੇ ਲੈਣੇ ਆ। ਏਦਾਂ ਲੜਾਈ ਹੋ ਰਹੀ ਹੈ। ਦਵਿਜ ਕੀ ਦਸ਼ਾ ਦੇਖ ਅਬਨਾਸ਼ੀ, ਹੁਣ ਉਹ ਬ੍ਰਾਹਮਣ ਰੋਣ ਹੱਕਾ ਹੋ ਗਿਆ। ਉਹ ਕਹੇ ਮੈਨੂੰ ਲੰਘਣ ਦਿਓ। ਖੱਤਰੀ ਉਹਨੂੰ ਲੰਘਣ ਨਾ ਦੇਵੇ, ਕਹਿੰਦਾ ਮੈਂ ਨਹੀਂ ਜਾਣ ਦਿੰਦਾ। ਉਹਦੇ ਕੋਲ ਜੋ ਉਹਦੇ ਕੋਲ ਰੂਣੀ ਚੂਣੀ ਸੀ ਜੇਬ ਚੋਂ ਕੱਢ ਕੇ ਦਿੱਤੀ, ਉਹ ਤਾਂ ਵੀ ਨਾ ਮੰਨੇ। ਕਹੇ ਮੈਂ ਨਹੀਂ ਮੰਨਦਾ, ਮੈਨੂੰ ਤਾਂ ਹੋਰ ਲਿਆ ਕੇ ਦੇ। ਬ੍ਰਾਹਮਣ ਵਿਚਾਰਾ ਰੋਣ ਲੱਗ ਪਿਆ ਉੱਥੇ, ਬਹੁਤ ਜ਼ਿਆਦਾ ਉਹਦੀ ਦਸ਼ਾ ਦੀਨ ਤੇ ਦੁਖੀ। ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਵੇਖੀ। ਚੌਂਕਾ ਧੋਤੀ ਟਿੱਕਾ ਮਾਲਾ, ਵੇਖਿਆ ਕਿ ਜਿਹੜਾ ਇਹ ਖੱਤਰੀ ਹੈ ਇਹਨੇ ਮੱਥੇ ਤੇ ਤਿਲਕ ਵੀ ਲਾਇਆ, ਤੇੜ ਧੋਤੀ ਵੀ ਬੱਧੀ, ਤੇ ਪ੍ਰਸ਼ਾਦਾ ਛਕਣ ਲੱਗਾ ਤੇ ਚੌਂਕਾ ਜਿਹਾ ਬਣਾਇਆ ਹੋਇਆ, ਵਿੱਚ ਗਊ ਦੇ ਗੋਬਰ ਦਾ ਲੇਪ ਵੀ ਫੇਰਿਆ ਹੋਇਆ ਹੈ। ਭਲੇ ਬਣਾਓ ਲਖਿਓ ਕਿਰਪਾਲਾ, ਕਿਰਪਾਲੂ ਸਤਿਗੁਰੂ ਜੀ ਨੇ ਇਹਦਾ ਸਾਰਾ ਬਣਾਓ ਵੇਖਿਆ, ਇਹਦੀ ਸਾਰੀ ਬਣਾਵਟ ਵੇਖੀ। ਵਿਪਰ ਗਊ ਕੀ ਮੋਚਨ ਰੋਕਾ, ਮਹਾਰਾਜ ਜੀ ਨੇ ਵੇਖਿਆ ਕਿ ਉਹ ਜਿਹੜਾ ਬ੍ਰਾਹਮਣ ਸੀ ਉਹਨੇ ਵੀ ਤਿਲਕ ਲਾਇਆ ਹੋਇਆ, ਉਹਨੇ ਗਲ 'ਚ ਜਨੇਊ ਪਾਇਆ ਹੋਇਆ, ਤੇੜ ਧੋਤੀ ਬੱਧੀ ਹੋਈ, ਉਹਨੂੰ ਗਊ ਦੇ ਸਮੇਤ ਰੋਕਿਆ ਹੋਇਆ। ਤਿਸ ਪਰ ਸ੍ਰੀ ਗੁਰ ਕਹਿਓ ਸ਼ਲੋਕਾ, ਉਹਨਾਂ ਦੀ ਇਹ ਦਸ਼ਾ ਵੇਖ ਕੇ ਨਾ ਦੋਨਾਂ ਦੀ ਲੜਾਈ ਝਗੜਾ ਸਤਿਗੁਰਾਂ ਨੇ ਵੇਖਿਆ, ਤੇ ਵੇਖ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਰਸਨਾ ਤੋਂ ਇਹ ਪਾਵਨ ਸ਼ਲੋਕ ਉਚਰਿਆ। ਤੁਰ ਦਰਗਾਹ ਤੋਂ ਮਹਾਰਾਜ ਜੀ ਦੇ ਹਿਰਦੇ ਵਿੱਚ ਬਾਣੀ ਉਤਰੀ, ਜੋ ਆਸਾ ਜੀ ਦੀ ਵਾਰ ਦੇ ਵਿੱਚ ਰੋਜ਼ਾਨਾ ਕੀਰਤਨੀਏ ਸਿੰਘ ਗਾਇਨ ਕਰਦੇ ਹਨ, ਆਪ ਜੀ ਸਰਵਣ ਕਰਦੇ ਹੋ। ਇਹ ਪਾਵਨ ਸ਼ਲੋਕ ਜਗਤ ਗੁਰੂ ਬਾਬਾ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ। ਸ਼ਲੋਕ ਮਹੱਲਾ ਪਹਿਲਾ, ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨਾ ਜਾਈ। ਮਹਾਰਾਜ ਜੀ ਵੇਖ ਕੇ ਨਾ ਉਹਨਾਂ ਦੀ ਦਸ਼ਾ, ਪਾਤਸ਼ਾਹ ਕਹਿੰਦੇ ਗਊ ਤੇ ਬ੍ਰਾਹਮਣ ਦੇ ਉੱਤੇ ਟੈਕਸ ਲਾਇਆ ਹੋਇਆ ਹੈ, ਤੇ ਗਾਂ ਦਾ ਗੋਬਰ ਚੌਂਕੇ 'ਚ ਫੇਰ ਕੇ ਤੇ ਕਹਿੰਦੇ ਉਹ ਚੌਂਕਾ ਪਵਿੱਤਰ ਹੋ ਗਿਆ। ਮਹਾਰਾਜ ਕਹਿੰਦੇ ਜਿਹਦੇ ਗੋਬਰ ਨੂੰ ਪਵਿੱਤਰ ਸਮਝ ਕੇ ਇੱਕ ਚੌਂਕੇ 'ਚ ਫੇਰਦੇ ਹੋ, ਉਸ ਗਊ ਦੇ ਉੱਤੇ ਟੈਕਸ ਲਾ ਕੇ ਤੁਸੀਂ ਇਹ ਕਿਹੜਾ ਪੁੰਨ ਕਮਾ ਰਹੇ ਹੋ ਭਾਈ? ਇਹ ਕਿਹੜਾ ਪਰਉਪਕਾਰ ਕਰ ਰਹੇ ਹੋ? ਗੋਬਰ ਨਾਲ ਤਰ ਜਾਓਗੇ? ਮਹਾਰਾਜ ਜੀ ਕਹਿੰਦੇ ਗੋਬਰ ਨਾਲ ਨਹੀਂ ਤਰਿਆ ਜਾਣਾ ਜੇ ਪਰਉਪਕਾਰ ਦੀ ਬਿਰਤੀ ਨਹੀਂ ਹੈ। ਇੱਕ ਬੇਜ਼ੁਬਾਨ ਪਸ਼ੂ ਦੇ ਉੱਤੇ ਟੈਕਸ ਲਾ ਕੇ ਕਹਿੰਦੇ ਹੋ ਵੀ ਉਹਦੇ ਤੋਂ ਤਾਂ ਲੰਘਣ ਦਿਆਂਗਾ ਜੇ ਟੈਕਸ ਦੇਂਗਾ, ਫਿਰ ਉਹਦੇ ਗੋਬਰ ਨੂੰ ਚੌਂਕੇ 'ਚ ਲਿਪ ਕੇ ਪਵਿੱਤਰ ਸਮਝ ਕੇ ਤੁਸੀਂ ਮੱਥਾ ਟੇਕਦੇ ਹੋ। ਇਹ ਕਿੱਥੋਂ ਦੀ ਸਿਆਣਪ ਹੈ? ਪਾਤਸ਼ਾਹ ਕਹਿੰਦੇ ਤੁਹਾਡੀ ਕੁਲ ਦਾ ਆਚਾਰਿਆ ਹੈ ਬ੍ਰਾਹਮਣ, ਤੁਸੀਂ ਬ੍ਰਾਹਮਣ ਨੂੰ ਆਪਣੇ ਧਰਮ ਦਾ ਵੱਡਾ ਮੁਖੀਆ ਸਮਝਦੇ ਹੋ, ਫਿਰ ਉਹਦੇ ਤੇ ਵੀ ਟੈਕਸ ਲਾਇਆ ਹੋਇਆ। ਤੇ ਫਿਰ ਗਊ ਬ੍ਰਾਹਮਣ ਦੇ ਉੱਤੇ ਟੈਕਸ ਲਾ ਕੇ, ਕਰ ਲਾ ਕੇ, ਜਜੀਆ ਲਾ ਕੇ, ਜਿਹੜਾ ਜਬਰੀ ਲਿਆ ਜਾਵੇ ਉਹ ਜਜੀਆ ਲਾਉਂਦੇ ਹੋ। ਵਿੱਚ ਟੈਕਸ ਬਣਦਾ ਨਹੀਂ ਫਿਰ ਵੀ ਲਾਇਆ ਹੋਇਆ, ਬਿਨਾਂ ਗੱਲ ਤੋਂ ਲਾਇਆ ਹੋਇਆ ਜਜੀਆ। ਤੇ ਗੋਬਰ ਦੇ ਨਾਲ ਦੱਸੋ ਕਿਵੇਂ ਤਰੋਗੇ? ਮਹਾਰਾਜ ਜੀ ਕਹਿੰਦੇ ਸੱਜਣਾ, ਗੋਏ ਦੇ ਨਾਲ ਜਾਂ ਗੋਬਰ ਦੇ ਨਾਲ ਨਹੀਂ ਤਰਿਆ ਜਾਣਾ। ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਛਾਂ ਖਾਈ। ਤੇੜ ਧੋਤੀ ਬੱਧੀ ਹੋਈ ਹੈ, ਮੱਥੇ ਤੇ ਟਿੱਕਾ ਲਾਇਆ ਹੋਇਆ ਹੈ, ਹੱਥ ਵਿੱਚ ਜਪ ਮਾਲੀ ਮਾਲਾ ਫੜੀ ਹੋਈ ਹੈ, ਤੇ ਧਾਨ ਜਿਹੜਾ ਉਹ ਤੁਸੀਂ ਮਲੇਛਾਂ ਦਾ ਖਾਂਦੇ ਹੋ।
ਧਾਨ ਮਲੇਛਾਂ ਖਾਈ। ਮਲੇਛਾਂ ਦਾ ਜਿਹੜਾ ਮਲੇਛ ਕਿਸ ਨੂੰ ਕਹਿੰਦੇ? ਮਲ ਜਮਾ ਇੱਛਾ, ਜਿਸ ਦੇ ਅੰਦਰ ਹਮੇਸ਼ਾ ਮੈਲ ਦੀ ਇੱਛਾ ਬਣੀ ਰਵੇ ਉਹਨੂੰ ਮਲੇਛ ਕਹਿੰਦੇ ਆ। ਮੈਲ ਦੀ ਇੱਛਾ ਰੱਖਣ ਵਾਲਾ, ਮੈਲੀ ਬਿਰਤੀ ਰੱਖਣ ਵਾਲਾ, ਮੈਲੇ ਖਿਆਲਾਤ ਰੱਖਣ ਵਾਲੇ ਨੂੰ ਮਲੇਛ ਕਹਿੰਦੇ ਆ। ਜਿਹੜਾ ਰਿਸ਼ਵਤ ਦਾ ਪੈਸਾ ਖਾਵੇ ਉਹਨੂੰ ਵੀ ਮਲੇਛ ਕਹਿੰਦੇ ਆ, ਵੀ ਉਹ ਵੀ ਮਾੜੇ ਤਰੀਕੇ ਨਾਲ ਖਾਧਾ ਜਾ ਰਿਹਾ ਹੈ। ਕਿਸੇ ਦਾ ਹੱਕ ਖਾਣਾ ਉਹ ਵੀ ਮਲੇਛ ਹੈ। ਜਿਹੜਾ ਕਿਸੇ ਦਾ ਹੱਕ ਖਾਵੇ ਉਹਨੂੰ ਵੀ ਮਲੇਛ ਕਹਿੰਦੇ ਆ। ਮਹਾਰਾਜ ਜੀ ਕਹਿੰਦੇ ਆ ਜਿਹੜੇ ਮਲੇਛ ਨੇ, ਲੋਕਾਂ ਦਾ ਹੱਕ ਖਾਣ ਵਾਲੇ, ਗਲ ਵੱਢ ਕੇ ਖਾਂਦੇ ਆ ਲੋਕਾਂ ਦਾ, ਪਰਾਇਆ ਹੱਕ ਖਾਂਦੇ ਆ, ਉਹਨਾਂ ਮਲੇਛਾਂ ਦੇ ਕੋਲੋਂ ਧਾਨ ਲੈ ਕੇ ਤੁਸੀਂ ਵੀ ਖਾ ਰਹੇ ਹੋ। ਅੰਤਰ ਪੂਜਾ ਪੜੈ ਕਤੇਬਾ, ਸੰਜਮ ਤੁਰ ਕਾ ਭਾਈ। ਉਹ ਜਿਹੜਾ ਬ੍ਰਾਹਮਣ ਬੈਠਾ ਸੀ ਮਹਾਰਾਜ ਜੀ ਉਹਨੂੰ ਵੀ ਕਹਿ ਰਹੇ, ਜਿਹੜਾ ਉਹ ਖੱਤਰੀ ਹੈ ਉਹਨੂੰ ਵੀ ਕਹਿ ਰਹੇ ਨੇ, ਸਾਂਝਾ ਉਪਦੇਸ਼ ਹੈ। ਮਹਾਰਾਜ ਜੀ ਕਹਿੰਦੇ ਆ ਪੂਜਾ ਤੁਸੀਂ ਲੁਕ ਕੇ ਕਰਦੇ ਹੋ, ਅੰਦਰ ਦਰਵਾਜ਼ੇ ਬੰਦ ਕਰਕੇ। ਡਰ ਹੁੰਦਾ ਵੀ ਜੇ ਬਾਹਰ ਪੂਜਾ ਕਰਾਂਗੇ ਤੇ ਟੈਕਸ ਮੰਗਣਗੇ, ਕਿਉਂਕਿ ਹਿੰਦੁਸਤਾਨ ਦੇ ਹਿੰਦੂ ਤੀਰਥਾਂ ਦੇ ਉੱਤੇ ਟੈਕਸ ਲੱਗਾ ਹੋਇਆ ਸੀ ਤੇ ਲੁਕ ਕੇ ਪੂਜਾ ਕਰਦੇ ਸੀ, ਅੰਦਰ ਵੀ ਸਾਨੂੰ ਟੈਕਸ ਨਾ ਭਰਨਾ ਪਏ। ਮਹਾਰਾਜ ਜੀ ਕਹਿੰਦੇ ਅੰਤਰ ਪੂਜਾ, ਅੰਦਰ ਬਹਿ ਕੇ ਪੂਜਾ ਕਰਦੇ ਹੋ ਤੇ ਬਾਹਰੋਂ ਮੁਸਲਮਾਨੀ ਕਿਤਾਬਾਂ ਜਿਹੜੀਆਂ ਨੇ, ਕਤੇਬਾਂ, ਉਹ ਪੜ੍ਹਦੇ ਉਹਨਾਂ ਦੀ, ਕਿਉਂਕਿ ਨੌਕਰੀਆਂ ਜੋ ਕਰਦੇ ਸੀ ਉੱਥੇ, ਉਹਨਾਂ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ, ਜੀ ਵੇਖੋ ਅਸੀਂ ਤੁਹਾਡੀਆਂ ਕਤੇਬਾਂ ਪੜ੍ਹਦੇ ਹਾਂ। ਉਹ ਉੱਥੇ ਉਹਨਾਂ ਦੀਆਂ ਕਤੇਬਾਂ ਪੜ੍ਹਦੇ, ਅੰਦਰ ਬਹਿ ਕੇ ਲੁਕ ਕੇ ਪੂਜਾ ਕਰਦੇ ਆ। ਸੰਜਮ ਤੁਰਕਾਂ ਭਾਈ, ਤੇ ਜਿਹੜੀ ਸੰਜਮ ਮਰਿਆਦਾ ਉਹ ਤੁਰਕਾਂ ਵਾਲੀ ਰੱਖਦੇ ਹੋ। ਬੋਲ ਚਾਲ ਤੁਰਕਾਂ ਵਾਲਾ, ਮਰਿਆਦਾ ਤੁਰਕਾਂ ਵਾਲੀ, ਝੁਕ ਕੇ ਸਲਾਮਾਂ ਕਰਨ ਦੀ ਬਿਰਤੀ ਉਹ ਵੀ ਤੁਰਕਾਂ ਵਾਲੀ। ਮਹਾਰਾਜ ਜੀ ਕਹਿੰਦੇ ਸੰਜਮ ਤੁਹਾਡਾ ਜਿਹੜਾ ਮਰਿਆਦਾ ਤੁਸੀਂ ਰੱਖੀ ਹੋਈ ਹੈ ਉਹ ਤੁਰਕਾਂ ਵਾਲੀ ਰੱਖੀ ਹੋਈ ਹੈ। ਛੋਡੀ ਲੈ ਪਾਖੰਡਾ। ਮਹਾਰਾਜ ਜੀ ਕਹਿੰਦੇ ਉਹ ਸੱਜਣੋ ਇਹ ਪਖੰਡ ਹੈ, ਅੰਦਰੋਂ ਹੋਰ ਤੇ ਬਾਹਰੋਂ ਹੋਰ। ਇਸ ਪਖੰਡ ਨੂੰ ਛੱਡ ਦਿਓ। ਇਹ ਪਖੰਡ ਹੈ, ਜਦੋਂ ਬਾਹਰੋਂ ਹੋਰ ਬਿਰਤੀ ਹੋਵੇ ਤੇ ਅੰਦਰੋਂ ਹੋਰ ਹੋਵੇ ਉਹਨੂੰ ਪਖੰਡ ਕਹਿੰਦੇ ਹੈ। ਅੰਦਰ ਬਹਿ ਕੇ ਪੂਜਾ ਕਰਦੇ ਹੋ, ਬਾਹਰੋਂ ਤੁਸੀਂ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਕਤੇਬਾਂ ਪੜ੍ਹਦੇ ਹੋ। ਮਹਾਰਾਜ ਜੀ ਕਹਿੰਦੇ ਪਖੰਡ ਹੈ। ਜੋ ਤੁਸੀਂ ਹੋ ਉਹੀ ਪ੍ਰਗਟ ਕਰਕੇ ਕਿਉਂ ਨਹੀਂ ਵਿਖਾਲਦੇ? ਕਿਉਂ ਕਿਸੇ ਦੀ ਖੁਸ਼ਾਮਦ ਵਾਸਤੇ ਤੁਸੀਂ ਆਪਣੇ ਸਵੈ ਧਰਮ ਦਾ ਤਿਆਗ ਕਰਦੇ ਹੋ? ਮਹਾਰਾਜ ਸੱਚੇ ਪਾਤਸ਼ਾਹ ਇੱਥੇ ਤੁਰਕਾਂ ਦੇ ਖਿਲਾਫ ਨਹੀਂ ਹਨ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਤੁਸੀਂ ਜੋ ਆਪਣਾ ਧਰਮ ਹੈ ਤੁਹਾਡਾ, ਉਹਦੀ ਪਾਲਣਾ ਕਰੋ, ਖੁੱਲ੍ਹ ਕੇ ਕਰੋ। ਕਿਸੇ ਦੇ ਅਧੀਨ ਹੋ ਕੇ ਇਦਾਂ ਮਲੇਛਾਂ ਵਾਲੀ ਬਿਰਤੀ ਕਿਉਂ ਰੱਖਦੇ ਹੋ? ਤੇ ਇਹ ਪਖੰਡ ਹੈ। ਮਹਾਰਾਜ ਜੀ ਕਹਿੰਦੇ ਇਹ ਪਖੰਡ ਜਿਹੜਾ ਇਹਨੂੰ ਛੱਡ ਦਿਓ। ਛੋਡੀ ਲੈ ਪਾਖੰਡਾ, ਇਸ ਪਖੰਡ ਨੂੰ ਛੱਡ ਦਿਓ। ਨਾਮ ਲਇਆ ਜਾਹੇ ਤਰੰਦਾ। ਜਿਹੜਾ ਨਾਮ ਲਏਗਾ ਉਹੀ ਤਰੇਗਾ ਸੰਸਾਰ ਤੋਂ। ਜਿਹੜਾ ਪਰਮੇਸ਼ਰ ਦਾ ਭਜਨ ਕਰੇਗਾ, ਨਿਰੰਕਾਰ ਦੇ ਨਾਮ ਦੀ ਆਰਾਧਨਾ ਕਰੇਗਾ, ਉਹਦਾ ਇਸ ਭਵ ਸਾਗਰ ਤੋਂ ਪਾਰ ਉਤਾਰਨਾ, ਉਤਾਰਾ ਹੋਣਾ ਉਸੇ ਦਾ। ਉਸੇ ਨੇ ਸੰਸਾਰ ਤੋਂ ਮੁਕਤ ਹੋਣਾ। ਮਹੱਲਾ ਪਹਿਲਾ ਮਾਨਸ ਖਾਣੇ ਕਰਹਿ ਨਿਵਾਜ। ਮਹਾਰਾਜ ਜੀ ਕਹਿੰਦੇ ਵੇਖੋ ਕਲਯੁਗ ਦਾ ਸੁਭਾਅ, ਆ ਜਿਹੜੇ ਸਬੂਤਾ ਬੰਦਾ ਖਾ ਜਾਣ ਵਾਲੇ ਨੇ ਤੇ ਬਹਿ ਕੇ ਨਮਾਜ਼ਾਂ ਪੜ੍ਹਦੇ ਐ। ਮਾਨਸ ਖਾਣੇ, ਬੰਦੇ ਖਾਣੇ ਲੋਕ ਨਮਾਜ਼ਾਂ ਪੜ੍ਹਦੇ ਐ। ਬੰਦੇ ਖਾਣੇ ਦਾ ਮਤਲਬ ਕੀ ਹੁੰਦਾ? ਵੀ ਲੋਕਾਂ ਦਾ ਹੱਕ ਖਾਣਾ, ਕਿਉਂਕਿ ਰਾਜ ਸੀ ਨਾ ਤੁਰਕਾਂ ਦਾ। ਤੇ ਤੁਰਕ ਜਿਹੜੇ ਸਨ ਉਹ ਗੈਰ ਸੰਵਿਧਾਨਕ ਢੰਗ ਦੇ ਨਾਲ ਲੋਕਾਂ ਤੋਂ ਜਬਰੀ ਜਜੀਆ ਲੈਂਦੇ। ਜੇ ਕਿਸੇ ਦੇ ਖੇਤ ਦੇ ਵਿੱਚ 10 ਮਣ ਫਸਲ ਹੋਣੀ ਕਣਕ ਦੀ, ਤੇ 10 ਮਣ ਦੇ ਵਿੱਚੋਂ 8 ਮਣ ਆਪ ਲੈ ਜਾਣੀ, 2 ਮਣ ਉਹਦੇ ਪੱਲੇ ਪਾਉਣੀ। ਉਹਦੇ ਸਾਰੇ 6 ਮਹੀਨਿਆਂ ਵਿੱਚ ਵਿਚਾਰੇ ਨੇ ਮਿਹਨਤ ਕਰਨੀ, ਪੱਲੇ ਉਹਨੂੰ ਕੁਝ ਨਾ ਹਾਸਲ ਹੋਣਾ। ਫਿਰ ਜਿਹੜਾ ਥੋੜਾ ਬਹੁਤਾ ਰਹਿ ਜਾਣਾ ਉਹ ਵੀ ਟੈਕਸ ਦੇ ਨਾਲ ਉਹਨਾਂ ਦਾ ਖੂਨ ਨਿਚੋੜ ਲੈਣਾ। ਇਦਾਂ ਦੀਆਂ ਬਿਰਤੀਆਂ ਸੀ। ਮਹਾਰਾਜ ਜੀ ਕਹਿੰਦੇ ਇਹੋ ਜਿਹੇ ਜਿਹੜੇ ਬੰਦੇ ਖਾਣੇ, ਜਿਹੜੇ ਕਾਜੀ ਸੀ, ਉਹ ਰਿਸ਼ਵਤਾਂ ਲੈ ਲੈ ਕੇ ਲੋਕਾਂ ਦੇ ਇਨਸਾਫ ਕਰਦੇ ਸੀ। ਕਿਉਂਕਿ ਕਾਜ਼ੀਆਂ ਦੇ ਹੱਥ ਸੀ ਨਾ ਉਸ ਵੇਲੇ ਜਿਹੜੀ ਨਿਆਏ ਪ੍ਰਣਾਲੀ ਸੀ, ਨਿਆਏ ਕਰਨਾ, ਇਨਸਾਫ ਕਰਨਾ। ਜਿਵੇਂ ਅੱਜ ਕੱਲ੍ਹ ਕੋਰਟ ਅਦਾਲਤਾਂ ਹੁੰਦੀਆਂ, ਕਚਹਿਰੀਆਂ ਹੁੰਦੀਆਂ, ਉਹਨਾਂ ਵੇਲਿਆਂ ਦੇ ਵਿੱਚ ਕਾਜ਼ੀਆਂ ਦੇ ਕੋਲ ਹੁੰਦਾ ਸੀ ਇਹ ਸਾਰਾ ਮਸਲਾ। ਲੋਕਾਂ ਦੇ ਕੇਸ ਇਹਨਾਂ ਕੋਲ ਆਉਂਦੇ ਸੀ। ਜਿਹਦੇ ਕੋਲ ਰਿਸ਼ਵਤ ਲੈਣੀ ਉਹਨੂੰ ਜਿਤਾ ਦੇਣਾ, ਜਿਹੜਾ ਵਿਚਾਰਾ ਭਾਵੇਂ ਸੱਚਾ ਵੀ ਹੋਵੇ ਉਹਨੂੰ ਹਰਾ ਦੇਣਾ।
ਤੇ ਇਦਾਂ ਦੇ ਕੰਮ ਕਰਕੇ ਮੁੜ ਕੇ ਜਦੋਂ ਨਮਾਜ਼ ਪੜ੍ਹਨ ਦਾ ਵੇਲਾ ਹੋਣਾ, ਨਮਾਜ਼ ਵੀ ਪੜ੍ਹਨੀ। ਮਹਾਰਾਜ ਜੀ ਕਹਿੰਦੇ ਇੱਕ ਪਾਸਿਓਂ ਲੋਕਾਂ ਨੂੰ ਖਾਈ ਜਾਂਦੇ ਹੋ, ਦੂਜੇ ਪਾਸੋਂ ਨਮਾਜ਼ਾਂ ਪੜ੍ਹੀ ਜਾਂਦੇ ਹੋ। ਕਿੱਧਰ ਦਾ ਅਸੂਲ ਹੈ ਤੁਹਾਡਾ? ਨਮਾਜ਼ ਪੜ੍ਹੀ ਦਾ ਤਾਂ ਤੁਹਾਡੇ ਅੰਦਰ ਤਾਂ ਅਸਰ ਨਹੀਂ ਹੋਇਆ, ਮਨ ਤੇ ਤਾਂ ਅਸਰ ਨਹੀਂ ਹੋਇਆ, ਹਿਰਦੇ ਵਿੱਚ ਤਾਂ ਉਸ ਅਸਰ ਨੂੰ ਕਬੂਲਿਆ ਨਹੀਂ ਹੈ ਤੁਸਾਂ ਨੇ। ਇਸ ਕਰਕੇ ਗੁਰਦੇਵ ਵੇਖੋ, ਜਗਤ ਗੁਰੂ ਬਾਬਾ ਜੀ ਨੇ ਉਸ ਵੇਲੇ ਦਾ ਜਿਹੜਾ ਇਹ ਮਾਹੌਲ ਸੀ, ਉਸ ਮਾਹੌਲ ਦਾ ਪੁਰਜੋਰ ਸ਼ਬਦਾਂ ਵਿੱਚ ਖੰਡਨ ਕਰਦਿਆਂ ਮਹਾਰਾਜ ਜੀ ਕਹਿੰਦੇ, ਉਹ ਬੰਦੇ ਖਾਣਿਓ ਨਮਾਜ਼ਾਂ ਪੜ੍ਹਦੇ ਹੋ ਜੇ ਤੁਸੀਂ, ਮਾਨਸ ਖਾਣੇ ਬੰਦੇ ਖਾ ਜਾਣ ਵਾਲਿਓ, ਨਮਾਜ਼ਾਂ ਪੜ੍ਹ ਕੇ ਤੁਸੀਂ ਕਹੋ ਕਿ ਸਾਡਾ ਇਹ ਗੁਨਾਹ ਮਾਫ ਹੋ ਜਾਏਗਾ, ਇਹ ਕਤਈ ਨਹੀਂ ਹੋਣਾ। ਉੱਦਾਂ ਲੋਕਾਂ ਦੇ ਹੱਕ ਖਾਈ ਜਾਓ, ਲੋਕਾਂ ਦੇ ਗਲ ਵੱਢੀ ਜਾਓ, ਤੇ ਬਾਹਰੋਂ ਤੁਸੀਂ ਧਰਮੀ ਹੋਣ ਦਾ ਟਕਵੰਜ ਕਰੋ ਜੀ ਅਸੀਂ ਧਰਮੀ ਆ, ਤਾਂ ਫਿਰ ਇਹੋ ਜਿਹੇ ਧਰਮ ਦਾ ਕੋਈ ਲਾਭ ਨਹੀਂ ਹੈ। ਇਹ ਚਾਹੇ ਭਾਵੇਂ ਸਤਿਗੁਰਾਂ ਨੇ 500 ਸਾਲ ਸਵਾ 500 ਸਾਲ ਪਹਿਲਾਂ ਕਹੇ ਨੇ ਬਚਨ, ਅੱਜ ਵੀ ਉਨੇ ਹੀ ਸਾਰਥਕ ਨੇ। ਤੇ ਅੱਜ ਵੀ ਜੇ ਕੋਈ ਬਾਹਰੋਂ ਧਰਮੀ ਹੋਣ ਦਾ ਟਕਵੰਜ ਕਰੇ ਜੀ ਅਸੀਂ ਧਰਮੀ ਆ, ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰਕੇ, ਲੋਕਾਂ ਦੇ ਗਲ ਵੱਢ ਕਰਕੇ ਖਾਈ ਜਾਵੇ, ਹੱਕ ਖਾਈ ਜਾਵੇ, ਤੇ ਬਾਹਰੋਂ ਧਰਮੀ ਹੋਣ ਦਾ ਟਕਵੰਜ ਕਰੇ, ਤੇ ਗੁਰੂ ਬਾਬੇ ਦੇ ਬੋਲ ਅੱਜ ਵੀ ਇਹੋ ਜਿਹੇ ਪਖੰਡੀਆਂ ਦਾ ਖੰਡਨ ਕਰਦੇ ਆ। ਅੱਜ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਬਾਬਤ ਹੀ ਕਹਿੰਦੇ ਆ। ਐਸਾ ਨਹੀਂ ਵੀ ਉਹਨਾਂ ਨੂੰ ਨਮਾਜ਼ ਪੜ੍ਹਨ ਵਾਲੇ ਸੀ, ਅੱਜ ਨਮਾਜ਼ ਪੜ੍ਹਨ ਦੀ ਬਜਾਏ ਦੂਜੇ ਹੋ ਸਕਦੇ ਆ, ਹੋਰ ਢੰਗ ਦੇ ਨਾਲ ਪੂਜਾ ਅਰਚਨਾ ਕਰਨ ਵਾਲੇ ਹੋ ਸਕਦੇ ਆ, ਹੋਰ ਢੰਗ ਨਾਲ ਵਿਖਾਵਾ ਕਰਨ ਵਾਲੇ ਹੋ ਸਕਦੇ ਆ। ਗੱਲ ਤਾਂ ਸਾਂਝਾ ਤੱਤਵ ਤਾਂ ਇੱਕੋ ਹੀ ਰਹਿਣਾ ਹੈ ਨਾ। ਮਹਾਰਾਜ ਜੀ ਕਹਿੰਦੇ ਬੰਦੇ ਖਾਣੇ ਨਮਾਜ਼ ਪੜ੍ਹਦੇ ਹਨ, ਛੁਰੀ ਵਗਾਇਨ ਤਿੰਨ ਗਲ ਤਾਗ, ਜਿਨ੍ਹਾਂ ਦੇ ਹੱਥਾਂ ਵਿੱਚ ਕਲਮਾਂ ਰੂਪੀ ਛੁਰੀਆਂ ਨੇ। ਕਿਉਂਕਿ ਇਹੋ ਜਿਹੇ ਨਵਾਬਾਂ ਦੇ ਜਿਹੜੇ ਮੁਨਸ਼ੀ ਹੁੰਦੇ ਸੀ ਨਾ, ਮੁਨੀਮ, ਟੈਕਸ ਲੈਣ ਵਾਲੇ, ਉਹਨਾਂ ਦੇ ਹੱਥਾਂ 'ਚ ਜਿਹੜੀਆਂ ਕਲਮਾਂ ਸੀ, ਉਹ ਆਪਣੀ ਕਲਮ ਨਾਲ ਜਿੰਨਾ ਲਿਖ ਦਿੰਦੇ ਸੀ ਵੀ ਇੰਨਾ ਟੈਕਸ ਲੈਣਾ ਫਲਾਣੇ ਕੋਲੋਂ, ਇੰਨਾ ਜਜੀਆ ਲੈਣਾ, ਉਹਨਾਂ ਵਿਚਾਰੇ ਨੂੰ ਭਰਨਾ ਹੀ ਪੈਂਦਾ ਸੀ, ਭਾਵੇਂ ਆਪਣਾ ਘਰ ਕਾਟ ਵੇਚਣਾ ਪਵੇ। ਮਹਾਰਾਜ ਜੀ ਕਹਿੰਦੇ ਹੱਥਾਂ ਵਿੱਚ ਛੁਰੀ ਫੜੀ ਆ, ਕਲਮ ਕਾਹਦੀ ਆ? ਛੁਰੀ ਹੈ। ਜਿਹੜੀ ਛੁਰੀ ਲੋਕਾਂ ਦੇ ਗਲ ਵੱਢ ਰਹੀ ਹੈ, ਤੇ ਜਿਹੜੇ ਛੁਰੀ ਫੜੀ ਬੈਠੇ ਨੇ ਹੱਥਾਂ ਵਿੱਚ, ਉਹਨਾਂ ਦੇ ਗਲਾਂ 'ਚ ਧਾਗੇ ਪਾਏ ਹੋਏ ਨੇ। ਧਾਗੇ ਮਤਲਬ ਜਨੇਊ ਪਾਏ ਹੋਏ। ਉਹ ਜਿਹੜਾ ਖੱਤਰੀ ਮੰਗ ਰਿਹਾ ਸੀ ਨਾ ਬ੍ਰਾਹਮਣ ਕੋਲੋਂ ਟੈਕਸ ਗਊ ਦਾ, ਉਹਦੇ ਗਲ 'ਚ ਵੀ ਧਾਗਾ ਹੀ ਪਾਇਆ ਹੋਇਆ ਸੀ। ਮਹਾਰਾਜ ਜੀ ਕਹਿੰਦੇ ਵੇਖੋ ਇਹੋ ਜਿਹੇ ਨੇ ਮੁਨਸ਼ੀ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਛੁਰੀਆਂ ਫੜੀਆਂ ਹੋਈਆਂ ਕਲਮਾਂ ਦੀਆਂ, ਔਰ ਗਲਾਂ ਵਿੱਚ ਧਾਗੇ ਪਾਏ ਹੋਏ ਨੇ। ਤਿੰਨ ਕਰ ਬ੍ਰਾਹਮਣ ਪੂਰਹਿ ਨਾਦ, ਔਰ ਇਹੋ ਜਿਹੇ ਜਿਹੜੇ ਖੱਤਰੀ ਨੇ, ਜਿਹੜੇ ਇਹੋ ਜਿਹੇ ਢੰਗ ਨਾਲ ਪੈਸਾ ਇਕੱਠਾ ਕਰਦੇ ਨੇ, ਕੋਝੇ ਤਰੀਕਿਆਂ ਨਾਲ ਪੈਸਾ ਇਕੱਠਾ ਕਰਦੇ ਨੇ, ਉਹਨਾਂ ਦੇ ਘਰ 'ਚ ਜਾ ਕੇ ਫਿਰ ਆਹ ਜਿਹੜੇ ਬ੍ਰਾਹਮਣ ਨੇ ਇਹ ਨਾਦ ਪੂਰਦੇ ਨੇ। ਇਹ ਜਾ ਕੇ ਉਹਨਾਂ ਦੇ ਘਰਾਂ 'ਚ ਹਵਨ ਕਰਦੇ ਨੇ, ਯੱਗ ਕਰਦੇ ਨੇ, ਉਹਨਾਂ ਦੇ ਘਰਾਂ ਵਿੱਚ ਪੂਜਾ ਅਰਚਨਾ ਕਰਦੇ ਹਨ। ਉਹਨਾਂ ਪੇ ਆਵੈ ਓਈ ਸਾਧ, ਫਿਰ ਉਹ ਪੈਸੇ ਵਿੱਚੋਂ ਇਹਨਾਂ ਨੂੰ ਦਕਸ਼ਣਾ ਦਿੰਦੇ ਨੇ, ਇਹਨਾਂ ਨੂੰ ਭੇਟਾ ਦਿੰਦੇ, ਜਿਹੜਾ ਉਹ ਮਾੜੇ ਤਰੀਕੇ ਨਾਲ ਕਮਾਇਆ ਪੈਸਾ ਸੀ ਖੱਤਰੀਆਂ ਕੋਲ। ਬ੍ਰਾਹਮਣਾਂ ਨੇ ਜਾ ਕੇ ਉਹਨਾਂ ਦੇ ਘਰ ਪੂਜਾ ਕੀਤੀ, ਤੇ ਬ੍ਰਾਹਮਣਾਂ ਨੂੰ ਉਹਨਾਂ ਨੇ ਉਸੇ ਪੈਸੇ 'ਚੋਂ ਹਿੱਸਾ ਦਿੱਤਾ। ਕਹਿੰਦੇ ਜੇ ਉਹ ਖੱਤਰੀਆਂ ਨੂੰ ਉਹ ਮਲੇਛਾਂ ਵਾਲਾ ਸਵਾਦ ਆ ਰਿਹਾ ਹੈ, ਤੇ ਜਿਹੜਾ ਬ੍ਰਾਹਮਣ ਉਹਨਾਂ ਦੇ ਘਰੋਂ ਦਾਨ ਲੈ ਕੇ ਖਾ ਰਿਹਾ ਹੈ, ਮਹਾਰਾਜ ਜੀ ਕਹਿੰਦੇ ਉਹਨੂੰ ਵੀ ਉਹੀ ਸਵਾਦ ਆਉਣਾ, ਯਾਨੀ ਕਿ ਉਹਦੀ ਬਿਰਤੀ ਵੀ ਉਹੋ ਜੀ ਮਲੇਛਾਂ ਵਾਲੀ ਹੋਣੀ ਹੈ। ਜੈਸਾ ਅੰਨ ਤੈਸਾ ਮਨ। ਜਿਹੋ ਜੇ ਘਰ ਦਾ ਭੋਜਨ ਖਾਏਗਾ, ਜਿਹੋ ਜੇ ਘਰ ਦਾ ਦਾਨ ਖਾਏਗਾ, ਉਹਦੀ ਬਿਰਤੀ ਵੀ ਉਸੇ ਤਰ੍ਹਾਂ ਦੀ ਹੋ ਜਾਏਗੀ। ਇਹ ਨਿਯਮ ਹੈ ਕੁਦਰਤ ਦਾ, ਸੰਸਾਰ ਦਾ, ਇਦਾਂ ਹੀ ਚੱਲਦਾ ਆ ਰਿਹਾ ਹੈ। ਮਹਾਰਾਜ ਜੀ ਕਹਿੰਦੇ ਜੇ ਉਹਨਾਂ ਦੇ ਘਰ ਦਾ ਨਾਦ ਪੂਰ ਕੇ ਉਹਨਾਂ ਦੇ ਘਰ ਦਾ ਦਾਨ ਖਾਓਗੇ ਪੰਡਤ ਜੀ, ਤੇ ਫਿਰ ਉਹਨਾਂ ਵਾਲਾ ਸਵਾਦ, ਜਿਹੜਾ ਤੁਰਕਾਂ ਵਾਲਾ ਮਲੇਛਾਂ ਵਾਲੀ ਬਿਰਤੀ ਹੈ, ਉਹ ਸਵਾਦ ਉਹ ਤੁਹਾਨੂੰ ਵੀ ਆਵੇਗਾ, ਉਹਦਾ ਅਸਰ ਤੁਹਾਡੇ ਤੇ ਵੀ ਹੋਵੇਗਾ। ਕੂੜੀ ਰਾਸ ਕੂੜਾ ਵਪਾਰ, ਮਹਾਰਾਜ ਜੀ ਕਹਿੰਦੇ ਝੂਠੀ ਪੂੰਜੀ ਤੇ ਵਪਾਰ ਵੀ ਝੂਠਾ। ਝੂਠ ਦੀ ਪੂੰਜੀ ਇਕੱਠੀ ਕੀਤੀ ਹੋਈ ਆ, ਤੇ ਵਪਾਰ ਵੀ ਝੂਠ ਦਾ ਕਰ ਰਹੇ ਹੋ। ਕੂੜ ਬੋਲ ਕਰਹਿ ਆਹਾਰ, ਝੂਠ ਬੋਲ ਕੇ ਆਹਾਰ ਕਰਦੇ ਹੋ। ਕੂੜ ਬੋਲ ਕੇ, ਝੂਠ ਬੋਲ ਕੇ ਆਹਾਰ ਕਰਨਾ। ਝੂਠ ਬੋਲ ਬੋਲ ਕੇ ਬ੍ਰਾਹਮਣ ਨਾਦ ਪੂਰਦੇ ਆ, ਤੇ ਝੂਠ ਬੋਲ ਬੋਲ ਕੇ ਛਤਰੀ ਜਿਹੜੇ ਨੇ ਲੋਕਾਂ ਦੇ ਕੋਲੋਂ ਜਬਰੀ ਟੈਕਸ ਲੈ ਰਹੇ ਨੇ, ਜਜੀਆ ਲੈ ਰਹੇ ਨੇ।
ਤੋ ਮਹਾਰਾਜ ਜੀ ਕਹਿੰਦੇ ਇਹ ਕੂੜ ਬੋਲ ਕੇ ਜਿਹੜਾ ਤੁਸੀਂ ਆਹਾਰ ਖਾ ਰਹੇ ਹੋ, ਸਰਮ ਧਰਮ ਕਾ ਡੇਰਾ ਦੂਰ। ਇਹ ਉਹਨਾਂ ਲੋਕਾਂ ਦੀ ਬਿਰਤੀ ਹੈ ਜਿਨ੍ਹਾਂ ਦੇ ਕੋਲੋਂ ਸ਼ਰਮ ਤੇ ਧਰਮ ਦੋਵੇਂ ਹੀ ਦੂਰ ਚਲੇ ਗਏ ਨੇ। ਮਹਾਰਾਜ ਜੀ ਕਹਿੰਦੇ ਕਲੀ ਕਾਲ ਦਾ ਵਰਤਾਰਾ ਕਿਹੋ ਜਿਹਾ ਵਰਤ ਰਿਹਾ ਹੈ ਕਿ ਨਾ ਇਹਨਾਂ ਨੂੰ ਸ਼ਰਮ ਰਹੀ ਹੈ, ਨਾ ਇਹਨਾਂ ਕੋਲ ਧਰਮ ਰਿਹਾ ਹੈ। ਸ਼ਰਮ ਤੇ ਧਰਮ ਦਾ ਡੇਰਾ ਇਹਨਾਂ ਤੋਂ ਦੂਰ ਚਲਾ ਗਿਆ। ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸੈਤਾਨ ਵੇ ਲਾਲੋ। ਮਹਾਰਾਜ ਜੀ ਕਹਿੰਦੇ ਭਾਈ ਸ਼ਰਮ ਤੇ ਧਰਮ ਦੋਵੇਂ ਹੀ ਨਹੀਂ ਰਹੇ ਨਾ ਪਾਸ। ਸ਼ਰਮ ਤੇ ਧਰਮ ਦਾ ਡੇਰਾ ਦੂਰ ਹੈ। ਕਲੀ ਕਾਲ ਦੇ ਲੋਕਾਂ ਕੋਲ ਨਾ ਸ਼ਰਮ ਨਾ ਧਰਮ। ਸ਼ਰਮ ਕਿੱਥੇ ਹੈ, ਲਾਜ ਕਿੱਥੇ ਹੈ? ਮਾੜੇ ਭੈੜੇ ਕੰਮ ਕਰਦੇ ਆ, ਕੋਈ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਵੀ ਇਹ ਜਿਹੜਾ ਮਾੜਾ ਕੰਮ ਪਏ ਅਸੀਂ ਕਰਦੇ ਆ, ਇਸ ਮਾੜੇ ਕੰਮ ਦੇ ਕਰਨ ਦੇ ਨਾਲ ਸਮਾਜ ਤੇ ਕੀ ਅਸਰ ਪੈਂਦਾ, ਸਾਡੇ ਪਰਿਵਾਰ ਤੇ ਕੀ ਅਸਰ ਪੈਂਦਾ, ਸਾਡੇ ਬੱਚਿਆਂ ਤੇ ਕੀ ਅਸਰ ਪੈਂਦਾ। ਲਾਜ ਨਹੀਂ ਆਉਂਦੀ ਸ਼ਰਮ ਦਾ, ਸ਼ਰਮ ਨਹੀਂ ਰਹੀ। ਅੱਜ ਦੇ ਸਮਾਜ ਵਿੱਚ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ, ਕੋਈ ਬੇਸ਼ਰਮੀ ਦਾ ਕੰਮ ਕਰੇ, ਬੇਸ਼ਰਮੀ ਦੇ ਤਰੀਕੇ ਦੇ ਨਾਲ ਸੰਸਾਰ ਦੇ ਵਿੱਚ ਕੋਈ ਵੱਡੇ ਰੁਤਬੇ ਤੇ ਪਹੁੰਚੇ, ਬੇਸ਼ਰਮੀ ਦੇ ਤਰੀਕੇ ਨਾਲ ਦੁਨੀਆ ਦੇ ਵੱਡੇ ਤਾਜ ਉਹਨਾਂ ਦੇ ਸਿਰਾਂ ਦੇ ਉੱਤੇ ਝੂਲੇ ਹੋਣ, ਕਿਤੇ ਬੇਸ਼ਰਮੀ ਦੇ ਨਾਲ ਹੋਣ, ਬੇਸ਼ਰਮੀ ਤਰੀਕੇ ਨਾਲ ਹੋਣ। ਜਿਨ੍ਹਾਂ ਕੋਲ ਸ਼ਰਮ ਨਾ ਰਹੇ ਉਹਨਾਂ ਲੋਕਾਂ ਦੀ ਸੋਭਾ ਜੋ ਗੁਰੂ ਦੇ ਦਰਬਾਰ ਦੇ ਵਿੱਚ ਬਹੁਤੇ ਪ੍ਰਚਾਰਕ ਕਰਦੇ ਹੈ। ਇਹੋ ਜਿਹਾ ਵਰਤਾਰਾ ਹੈ ਕਲੀ ਕਾਲ ਦਾ ਗੁਰੂ ਖਾਲਸਾ ਜੀ। ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਲਯੁਗ ਵਿੱਚ ਨਾ ਸ਼ਰਮ ਰਹੀ ਹੈ ਨਾ ਧਰਮ ਰਿਹਾ ਹੈ। ਧਰਮ ਵੀ ਦੂਰ ਤੇ ਸ਼ਰਮ ਵੀ ਦੂਰ। ਸ਼ਰਮ ਧਰਮ ਦੋਏ ਛੱਪ ਖਲੋਏ। ਪਾਤਸ਼ਾਹ ਕਹਿੰਦੇ ਸ਼ਰਮ ਤੇ ਧਰਮ ਦਾ ਜਿਹੜਾ ਡੇਰਾ ਹੈ ਉਹ ਇਹਨਾਂ ਲੋਕਾਂ ਤੋਂ ਦੂਰ ਚਲਾ ਗਿਆ ਹੈ। ਕੂੜ ਬੋਲ ਕਰਹਿ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ। ਨਾਨਕ ਕੂੜ ਰਹਿਆ ਭਰਪੂਰ। ਮਹਾਰਾਜ ਜੀ ਕਹਿੰਦੇ ਝੂਠ ਹੀ ਭਰਪੂਰ ਹੋ ਰਿਹਾ ਸਾਰੇ ਜਗਤ ਵਿੱਚ। ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਲਯੁਗ ਰਥ ਅਗਨ ਕਾ ਕੂੜ ਅਗੈ ਵਾਹੋ। ਕਲਯੁਗ ਵਿੱਚ ਝੂਠ ਅੱਗੇ ਬਲੀ ਹੈ, ਬਲੀ ਹੋ ਕੇ ਜਗਤ ਦੇ ਵਿੱਚ ਭਰਪੂਰ ਹੋ ਰਿਹਾ ਹੈ। ਮੱਥੇ ਟਿੱਕਾ ਤੇੜ ਤੋਤੀ ਕਖਾਈ। ਮਹਾਰਾਜ ਜੀ ਕਹਿੰਦੇ ਵੇਖੋ ਪੰਡਤ ਜੀ ਨੇ ਮੱਥੇ ਤੇ ਟਿੱਕਾ ਲਾਇਆ ਹੋਇਆ ਹੈ। ਮੱਥਾ ਟਿੱਕਾ, ਤੇੜ ਤੇੜ ਧੋਤੀ ਬੱਧੀ ਹੋਈ ਹੈ, ਕਖਾਈ ਟੁੰਗ ਕੇ ਬੰਨ੍ਹਦੇ। ਕਖਾਈ ਦੇ ਦੋ ਅਰਥ ਨੇ। ਇੱਕ ਅਰਥ ਹੁੰਦਾ ਕਖਾਈ ਦਾ ਵੀ ਗੇਰੂ ਰੰਗੀ ਧੋਤੀ ਬੱਧੀ ਹੋਈ ਭਗਵੇ ਰੰਗ ਦੀ। ਦੂਜਾ ਅਰਥ ਹੁੰਦਾ ਹੈ ਟੁੰਗ ਕੇ ਬੰਨ ਲੈਂਦੇ ਆ, ਉਹਦਾ ਸਿਰੇ ਜਿਹੜੇ ਨੇ ਤਿੰਨ ਥਾਵਾਂ ਤੇ ਟੁੰਗ ਲੈਂਦੇ ਆ, ਉਹਨੂੰ ਵੀ ਕਖਾਈ ਕਹਿ ਦਿੰਦੇ ਆ। ਮਹਾਰਾਜ ਜੀ ਕਹਿੰਦੇ ਆ ਤੇੜ ਧੋਤੀ ਜਿਹੜੀ ਆ ਟੁੰਗ ਕੇ ਬੱਧੀ ਹੋਈ ਹੈ। ਹੱਥ ਛੁਰੀ ਜਗਤ ਕਾ ਸਾਈ। ਹੱਥ ਦੇ ਵਿੱਚ ਕਲਮ ਰੂਪੀ ਛੁਰੀ ਫੜ ਕੇ ਜਗਤ ਦਾ ਕਸਾਈ ਬਣ ਕੇ ਲੋਕਾਂ ਨੂੰ ਕੋਹ ਕੇ ਖਾ ਰਿਹਾ ਹੈ। ਲਿਖ ਦਿੰਦਾ ਟੋਂਬੂ ਭਰ ਭਰ ਕੇ, ਇੰਨਾ ਟੈਕਸ ਭਰਨਾ ਤਾਂ ਅੰਦਾਜ਼ੇ ਜੇ ਦੇ ਨਾਲ ਹੀ। ਕਿੰਨੀ ਜ਼ਮੀਨ ਆ ਤੇਰੇ ਕੋਲ ਪੁੱਛਿਆ, ਉਹਨੇ ਕਹਿਣਾ ਵੀ ਮੇਰੇ ਕੋਲ 10 ਵਿਗੇ ਹੈ। 10 ਵਿਗਿਆਂ ਚੋਂ ਅਗਲੇ ਦੇ ਭਾਵੇਂ ਬਰਾਂ ਨਹੀਂ ਹੋਣ, ਹਾਂ 10 ਵਿਗੇ ਆ, ਇੰਨੇ ਮਣ ਕਣਕ ਤੂੰ ਭੇਜਣੀ ਆ, ਇੰਨੇ ਮਣ ਤੂੰ ਆ ਫਸਲ ਦੇਣੀ ਆ। ਉਹ ਕਸਾਈ ਬਣ ਕੇ ਹੱਥ ਵਿੱਚ ਜਿਹੜੀ ਕਲਮ ਫੜੀ ਆ ਉਹ ਮਹਾਰਾਜ ਜੀ ਕਹਿੰਦੇ ਆ ਤੇਗ ਬਣ ਗਈ ਆ, ਉਹ ਤਲਵਾਰ ਬਣ ਗਈ ਆ, ਹੱਥ ਛੁਰੀ ਬਣ ਗਈ ਆ। ਤੇ ਛੁਰੀ ਦੇ ਨਾਲ ਲੋਕਾਂ ਨੂੰ ਕਸਾਈ ਬਣ ਕੇ ਵੱਢੀ ਜਾਂਦੇ ਆ, ਕੱਟੀ ਜਾਂਦੇ ਹਨ। ਨੀਲ ਵਸਤਰ ਪਹਿਰ ਹੋਵਹਿ ਪਰਵਾਨ। ਤੇ ਫਿਰ ਨੀਲੇ ਰੰਗ ਦੇ ਕੱਪੜੇ ਪਹਿਨ ਕੇ ਤੇ ਤੁਰਕਾਂ ਦੀ ਸਭਾ ਵਿੱਚ ਜਾ ਕੇ ਬਹਿ ਕੇ ਪ੍ਰਵਾਨ ਹੁੰਦੇ ਹਨ। ਮਲੇਛ ਧਨ ਲੈ ਪੂਜੈ ਪੁਰਾਣ। ਮਲੇਛਾਂ ਕੋਲੋਂ ਪੈਸਾ ਲੈਂਦੇ ਆ, ਫਿਰ ਉਹ ਜਿਹੜਾ ਪੈਸਾ ਵੱਧ ਤੋਂ ਵੱਧ ਟੈਕਸ ਇਕੱਠਾ ਕਰਕੇ ਜਜੀਆ। ਇੱਕ ਹੁੰਦਾ ਟੈਕਸ ਜਿਹੜਾ ਦੁਨੀਆ ਦੇ ਭਲੇ ਲਈ, ਸਮਾਜ ਦੇ ਭਲੇ ਲਈ, ਡਿਵੈਲਪਮੈਂਟ ਵਾਸਤੇ ਲੱਗਦਾ। ਇੱਕ ਜਬਰੀ ਬਿਨਾਂ ਗੱਲ ਤੋਂ ਹੀ ਹਰ ਇੱਕ ਚੀਜ਼ ਦੇ ਉੱਤੇ ਹੀ, ਹਰ ਇੱਕ ਥਾਂ ਦੇ ਉੱਤੇ ਹੀ ਜਜੀਆ ਬਣਾ ਕੇ ਲੈਣਾ, ਜ਼ਬਰ ਦੇ ਨਾਲ, ਜ਼ੋਰ ਦੇ ਨਾਲ। ਉਹਦੇ ਵਿੱਚੋਂ ਵੱਧ ਤੋਂ ਵੱਧ ਇਕੱਠਾ ਕਰਕੇ ਨਵਾਬਾਂ ਨੂੰ ਦੇ ਕੇ ਫਿਰ ਹਿੱਸਾ ਆਪ ਲੈਂਦੇ ਸੀਗੇ। ਕਿਉਂਕਿ ਨਾ ਨਵਾਬਾਂ ਨੇ ਅੱਗੇ ਆਪਣੇ ਜਿਹੜੇ ਮੁਨਸ਼ੀ ਬਣਾਏ ਹੋਏ ਸੀ ਨਾ ਟੈਕਸ ਉਗਰਾਉਣ ਵਾਲੇ, ਮੁਨੀਮ ਜਾਂ ਅੱਗੇ, ਉਹ ਖੱਤਰੀ ਸਨ, ਉਹ ਹਿੰਦੂ ਜਾਤੀ ਨਾਲ ਸੰਬੰਧ ਰੱਖਦੇ ਸੀ।
ਉਹ ਉਹਨਾਂ ਕੋਲੋਂ ਲੋਕਾਂ ਕੋਲੋਂ ਲਿਆ ਕੇ ਪੈਸਾ ਅੱਧਾ ਉਹਨਾਂ ਨੂੰ ਦੇਣਾ, ਫਿਰ ਉਹਨਾਂ ਵਿੱਚੋਂ ਆਪ ਹਿੱਸਾ ਲੈਣਾ। ਉਹ ਲਿਆ ਕੇ ਤੇ ਫਿਰ ਪੰਡਤਾਂ ਨੂੰ ਘਰ ਸੱਦ ਕੇ ਉਹਨਾਂ ਕੋਲੋਂ ਪੁਰਾਣ ਦਾ ਪਾਠ ਕਰਾਉਣਾ। ਜੀ ਆਓ ਪੰਡਤ ਜੀ ਸਾਡੇ ਪੁਰਾਣ ਪੜ੍ਹ ਜਾਓ। ਮਹਾਰਾਜ ਜੀ ਕਹਿੰਦੇ ਮਲੇਛਾਂ ਦਾ ਧਾਨ ਲੈ ਕੇ ਉਹਦੇ ਨਾਲ ਫਿਰ ਪੁਰਾਣ ਪੜ੍ਹਦੇ ਹੋ, ਪੜ੍ਹਾਉਂਦੇ ਹੋ। ਅਭਾਖਿਆ ਕਾ ਕੁੱਠਾ ਬੱਕਰਾ ਖਾਣਾ। ਫਿਰ ਅਭਾਖਿਆਂ ਦਾ ਮਤਲਬ ਹੁੰਦਾ ਵੀ ਮਲੇਛੀ ਤਰੀਕੇ ਦੇ ਨਾਲ ਜਦੋਂ ਕਲਮਾ ਪੜ੍ਹ ਕੇ ਮਲੇਛ ਜਿਹੜੇ ਨੇ ਉਹ ਬੱਕਰਾ ਹਲਾਲ ਕਰਦੇ ਆ, ਵੱਢਦੇ ਆ। ਤੇ ਇਹਨਾਂ ਵਾਸਤੇ ਹਲਾਲ ਜਿਹੜਾ ਤੁਰਕਾਂ ਦੇ ਤਰੀਕੇ ਨਾਲ ਬਣਿਆ ਮਾਸ ਹੈ ਉਹ ਹਿੰਦੂਆਂ ਵਾਸਤੇ ਵਿਹਿਤ ਨਹੀਂ ਸੀ, ਬ੍ਰਾਹਮਣ ਛਤਰੀਆਂ ਵਾਸਤੇ। ਮਹਾਰਾਜ ਜੀ ਕਹਿੰਦੇ ਤੁਸੀਂ ਉਦੋਂ ਉਹ ਨਹੀਂ ਵੇਖਦੇ, ਉਹਨਾਂ ਨਾਲ ਬਹਿ ਕੇ ਇੱਕੋ ਥਾਲੀ 'ਚ ਖਾਣ ਲੱਗ ਪਏ ਹੋ। ਅਭਾਖਿਆਂ ਦਾ ਕੁੱਠਾ ਕੋਇਆ ਹੋਇਆ ਜਿਹੜਾ ਬੱਕਰਾ ਹੈ ਉਹ ਤੁਸੀਂ ਖਾਂਦੇ ਹੋ। ਚੌਕੇ ਉੱਪਰ ਕਿਸੇ ਨਾ ਜਾਣਾ। ਉਦਾਂ ਤੁਸੀਂ ਜਦੋਂ ਚੌਂਕਾ ਬਣਾਉਂਦੇ ਹੋ ਗੋਬਰ ਫੇਰ ਕੇ ਗਊ ਦਾ, ਆਲੇ ਦੁਆਲੇ ਲਕੀਰ ਖਿੱਚ ਦਿੰਦੇ ਹੋ। ਖਬਰਦਾਰ ਜੇ ਸਾਡੇ ਚੌਂਕੇ ਤੇ ਕੋਈ ਆਇਆ ਨੀਵੀਂ ਬਰਾਦਰੀ ਵਾਲਾ ਵੀ ਸਾਡਾ ਚੌਂਕਾ ਪਿੱਟਿਆ ਜਾਏਗਾ, ਪਵਿੱਤਰ ਹੋ ਜਾਏਗਾ। ਕਹਿੰਦੇ ਉਦੋਂ ਪਵਿੱਤਰਤਾ ਕਿੱਥੇ ਜਾਂਦੀ ਹੈ ਤੁਹਾਡੀ, ਜਦੋਂ ਮਲੇਛਾਂ ਦਾ ਕੋਇਆ ਹੋਇਆ ਬੱਕਰਾ ਉਹਨਾਂ ਦੇ ਕੋਲ ਨਾਲ ਬਹਿ ਕੇ ਖਾਂਦੇ ਹੋ। ਉਦੋਂ ਤੁਹਾਡੀ ਪਵਿੱਤਰਤਾ ਕਿੱਥੇ ਜਾਂਦੀ ਹੈ। ਉਹਦਾ ਅੱਗੇ ਪਿੱਛੇ ਤੁਹਾਡੀ ਪਵਿੱਤਰਤਾ ਆ ਗਈ। ਚੌਂਕਾ ਬਣਾ ਲਿਆ ਗੋਬਰ ਫੇਰ ਕੇ। ਹਾਂਜੀ, ਦੇਖੈ ਚੌਂਕਾ ਕੱਢੀ ਕਾਰ। ਚੌਂਕਾ ਬਣਾ ਕੇ ਨਾ ਗੋਬਰ ਦਾ ਲੇਪ ਕਰਕੇ ਤੇ ਫਿਰ ਉਹਦੇ ਆਲੇ ਦੁਆਲੇ ਲਕੀਰ ਖਿੱਚਦੇ। ਮਹਾਰਾਜ ਜੀ ਨੇ ਜਿਹੜੀ ਫੋਕੀ ਪਵਿੱਤਰਤਾ ਬਾਹਰ ਦੀ ਵੀ ਉੱਥੇ ਉਲਝੇ ਰਹਿਣਾ, ਅੰਦਰੋਂ ਅਪਵਿੱਤਰ ਹੀ ਰਹਿਣਾ, ਫਿਰ ਬਾਹਰਲੀ ਕੱਲੀ ਫੋਕੀ ਪਵਿੱਤਰਤਾ ਦਾ ਗੁਰਦੇਵ ਨੇ ਖੰਡਨ ਕੀਤਾ। ਕੋ ਬੁੱਧ ਡੁੰਮਣੀ ਕੋ ਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਆ, ਜਾਂ ਚਾਰੇ ਬੈਠੀਆਂ ਨਾਲ। ਕਬੁੱਧ ਡੂਮਣੀ ਕੋ ਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਤਿੰਨ ਹੋ ਗਏ। ਮੁੱਠੀ ਕ੍ਰੋਧ ਚੰਡਾਲ, ਚੌਥਾ ਚਾਰ। ਕਾਰੀ ਕੱਢੀ ਕਿਆ ਥੀਆ, ਜਾਂ ਚਾਰੇ ਬੈਠੀਆਂ ਨਾਲ। ਕਹਿੰਦੇ ਤੇਰੀਆਂ ਲਕੀਰਾਂ ਆਲੇ ਦੁਆਲੇ ਖਿੱਚੀਆਂ ਕੀ ਕਰਦੀਆਂ ਨੇ ਵੀ ਜੇ ਆਹ ਚਾਰੇ ਮਾੜੀਆਂ ਬਿਰਤੀਆਂ ਤੇਰੇ ਨਾਲ ਬੈਠੀਆਂ ਅੰਦਰ। ਕਿਹੜੀਆਂ ਕਿਹੜੀਆਂ? ਕੁਬੁੱਧ ਡੂਮਣੀ। ਕੁਬੁੱਧ ਖੋਟੀ ਬੁੱਧੀ ਰੂਪੀ ਡੂਮਣੀ ਮਤਲਬ ਮਰਾਸ਼ਣ, ਖੋਟੀ ਬੁੱਧ ਰੂਪੀ ਮਰਾਸ਼ਣ। ਕੁਦਇਆ ਕਸਾਇਣ, ਜਿਹੜੀ ਜੀਵਾਂ ਦੇ ਉੱਤੇ ਦਇਆ ਨਹੀਂ ਰੱਖਦਾ। ਕੁਦਇਆ ਮਤਲਬ ਕਠੋਰ ਪੁਣਾ, ਨਿਰਦਈ ਪੁਣਾ। ਇਹ ਜਿਹੜਾ ਤੇਰੇ ਅੰਦਰ ਇਹ ਕਸਾਈ ਹੈ ਤੇਰੇ ਨਾਲ ਬੈਠਾ ਹੋਇਆ। ਪਰ ਨਿੰਦਾ ਘਟ ਚੂਹੜੀ, ਪਰਾਈ ਨਿੰਦਾ ਰੂਪੀ ਚੂੜੀ ਉਹ ਤੇਰੇ ਅੰਦਰ ਬੈਠੀ ਹੈ। ਭੈੜੀ ਬਿਰਤੀ ਤੇਰੀ ਅੰਦਰ। ਬਾਹਰੋਂ ਜਿਹੜਾ ਗੰਦਗੀ ਸਾਫ਼ ਕਰੇ ਉਹਨੂੰ ਇਹ ਮਾੜੇ ਸ਼ਬਦਾਂ ਨਾਲ ਸੰਬੋਧਨ ਕਰਦਾ ਹੈ। ਜਿਹੜੀ ਅੰਦਰ ਆਪ ਗੰਦਗੀ ਢੋਂਦਾ ਲੋਕਾਂ ਦੀ, ਅਸਲੀ ਤਾਂ ਉਹ ਮਾੜੀ ਬਿਰਤੀ ਸੀ। ਮਹਾਰਾਜ ਜੀ ਕਹਿੰਦੇ ਉਹ ਵੀ ਤੇਰੇ ਅੰਦਰ ਹੈ। ਮੁੱਠੀ ਕ੍ਰੋਧ ਚੰਡਾਲ, ਕਹਿੰਦੇ ਕ੍ਰੋਧ ਰੂਪੀ ਚੰਡਾਲ ਉਹ ਵੀ ਤੇਰੇ ਨਾਲ ਬੈਠਾ। ਬਾਹਰੋਂ ਤੂੰ ਲਕੀਰਾਂ ਖਿੱਚਦਾ ਗੋਬਰ ਦਾ ਲੇਪ ਦੇ ਕੇ ਵੀ ਇਹ ਸਾਡਾ ਪਵਿੱਤਰ ਚੌਂਕਾ ਹੈ ਜੀ, ਇਹਦੇ 'ਚ ਕੋਈ ਦੂਜਾ ਨਾ ਆਵੇ। ਕਹਿੰਦੇ ਦੂਜੇ ਨੇ ਕੀ ਆਉਣਾ ਸੀ, ਪਹਿਲਾਂ ਹੀ ਮਾੜੀਆਂ ਬਿਰਤੀਆਂ ਲੈ ਕੇ ਤੈਂ ਪਵਿੱਤਰ ਕੀਤਾ ਪਿਆ ਚੌਂਕਾ। ਤੂੰ ਕੱਲਾ ਚੌਂਕਾ ਨਹੀਂ, ਤੂੰ ਤਾਂ ਸਾਰੀ ਧਰਤੀ ਪਵਿੱਤਰ ਕਰੀ ਬੈਠਾ। ਤੂੰ ਤਾਂ ਛੱਡੇ ਹੀ ਨਹੀਂ ਕੋਈ ਹਿੱਸਾ, ਜਿੱਥੇ ਜਾਣਾ ਪਵਿੱਤਰਤਾ ਫੈਲਾਈ ਜਾਣਾ। ਤੇ ਤੇਰੀਆਂ ਲਕੀਰਾਂ ਖਿੱਚੀਆਂ ਕੀ ਕਰਦੀਆਂ ਨੇ ਜੇ ਚਾਰੇ ਮਾੜੀਆਂ ਬਿਰਤੀਆਂ ਤੇਰੇ ਨਾਲ ਅੰਦਰ ਬੈਠੀਆਂ ਨੇ। ਇੱਥੇ ਵੀ ਮਹਾਰਾਜ ਜੀ ਸੰਬੋਧਨ ਕਰਕੇ ਕਹਿ ਰਹੇ ਨੇ, ਦੁਬਾਰਾ ਪੜ੍ਹੀਏ ਜੀ। ਦੇਖੈ ਚੌਂਕਾ ਕੱਢੀ ਕਾਰ, ਕਹਿੰਦੇ ਚੌਂਕਾ ਦੇ ਕੇ ਬਣਾ ਕੇ ਚੰਗੀ ਤਰ੍ਹਾਂ ਲਿਪ ਕੇ ਗੋਬਰ ਫੇਰ ਕੇ ਆਲੇ ਦੁਆਲੇ ਲਕੀਰ ਖਿੱਚੀ ਐ। ਉੱਪਰ ਆਏ ਬੈਠੇ ਕੂੜਿਆਰ, ਕਹਿੰਦੇ ਉੱਤੇ ਆ ਕੇ ਝੂਠੇ ਰੱਜ ਕੇ ਝੂਠੇ ਬਹਿ ਗਏ ਇਕੱਠੇ ਹੋ ਕੇ। ਕੂੜਿਆਰ, ਕੂੜਿਆਰ ਦਾ ਮਤਲਬ ਹੁੰਦਾ ਝੂਠੇ। ਕਹਿੰਦੇ ਉੱਤੇ ਜਿਹੜੇ ਰੱਜ ਕੇ ਝੂਠ ਬੋਲਣ ਵਾਲੇ, ਰੱਜ ਕੇ ਝੂਠ ਬੋਲ ਕੇ ਖਾਣ ਵਾਲੇ, ਛੁਰੀਆਂ ਨਾਲ ਲੋਕਾਂ ਦੇ ਗਲੇ ਵੱਢਣ ਵਾਲੇ, ਕਹਿੰਦੇ ਉਹ ਆ ਕੇ ਬਹਿ ਗਏ ਉੱਤੇ। ਮਤ ਭੇਟੈ ਵੇ ਮਤ ਭੇਟੈ, ਤੇ ਲੋਕਾਂ ਨੂੰ ਕਹਿੰਦੇ ਕਿਤੇ ਉਹ ਨੇੜੇ ਨਾ ਆਇਓ, ਸਾਡੇ ਚੌਂਕੇ ਦੇ ਨੇੜੇ ਨਾ ਆਇਓ, ਤੁਹਾਡੀ ਛਾਂ ਨਾ ਇੱਥੇ ਪੈ ਜੇ ਸਾਡੇ ਚੌਂਕੇ ਤੇ। ਕਿਤੇ ਮਤ ਭਿੱਟੈ, ਮਤ ਭਿੱਟੈ, ਕਿਤੇ ਅਪਵਿੱਤਰ ਨਾ ਹੋ ਜਾਏ। ਇਹੋ ਅੰਨ ਸਾਡਾ ਫਿੱਟੈ, ਉਹ ਨਾ ਚਲੋ ਪਰੇ ਹੋ ਜਾਓ, ਦੂਰ ਹੋ ਜਾਓ, ਸਾਡੇ ਚੌਂਕੇ ਦੇ ਨੇੜੇ ਨਹੀਂ। ਏਦਾਂ ਕਰਦੇ ਆ
ਸਾਡੇ ਚੌਂਕੇ ਦੇ ਨੇੜੇ ਨਹੀਂ ਆਉਣਾ। ਜੇ ਤੁਹਾਡਾ ਛਾਂ ਪਰਛਾਵਾਂ ਇੱਥੇ ਪੈ ਗਿਆ ਤੇ ਸਾਡਾ ਚੌਂਕਾ ਪਵਿੱਤਰ ਹੋ ਜਾਣਾ, ਸਾਡਾ ਅੰਨ ਅਪਵਿੱਤਰ ਹੋ ਜਾਣਾ। ਤਨ ਫਿਟੈ ਫੇੜ ਕਰੇਨ। ਮਹਾਰਾਜ ਜੀ ਕਹਿੰਦੇ ਉਦਾਂ ਸਰੀਰ ਇਹਨਾਂ ਦੇ ਫਿੱਟੇ ਫਿਰਦੇ ਆ, ਪਵਿੱਤਰ ਨੇ। ਤਨ ਫਿੱਟਾ, ਫਿੱਟਾ ਦਾ ਮਤਲਬ ਸਰੀਰ ਅਪਵਿੱਤਰ ਨੇ। ਕਿਉਂ ਅਪਵਿੱਤਰ ਨੇ? ਕਿਉਂਕਿ ਅਪਵਿੱਤਰ ਸਰੀਰ ਨਾਲ ਅਪਵਿੱਤਰ ਕੰਮ ਕਰਦੇ ਆ, ਮਾੜੇ। ਤਨ ਫਿੱਟੈ ਫੇੜ ਕਰੇਨ, ਜਿਹੜੇ ਪਾਪ ਕਰਦੇ ਆ, ਭੈੜੇ ਕਰਮ ਕਰਦੇ ਆ, ਉਹਨਾਂ ਕਰਮਾਂ ਦੇ ਕਰਕੇ ਇਹਨਾਂ ਦੇ ਤਨ ਤਾਂ ਪਹਿਲਾਂ ਹੀ ਪਵਿੱਤਰ ਹੋ ਰਹੇ ਨੇ। ਤੇ ਹੋਰ ਦੱਸੋ ਚੌਂਕਾ ਕਿਹੜਾ ਪਵਿੱਤਰ ਰਹਿ ਗਿਆ ਉੱਥੇ ਜਿਹੜੀਆਂ ਕਾਰਾਂ ਖਿੱਚੀਆਂ ਹੋਈਆਂ ਨੇ? ਮਨ ਝੂਠੈ ਚੁਲੀ ਭਰੇਨ। ਉਹ ਮਨ ਦੇ ਝੂਠਿਓ, ਉਦਾਂ ਚੁਲੀਆਂ ਭਰਦੇ ਹੋ। ਕਹਿੰਦੇ ਅਸੀਂ ਸੁਚਮਤਾ ਦਾ ਪ੍ਰਤੀਕ ਸਾਹਮਣੇ ਵਿਖਾ ਰਹੇ ਹਾਂ, ਪਵਿੱਤਰਤਾ ਵਿਖਾ ਰਹੇ ਹਾਂ। ਕਹੋ ਨਾਨਕ ਸੱਚ ਧਿਆਈਐ। ਪਾਤਸ਼ਾਹ ਕਹਿੰਦੇ ਵੇਲਾ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਹਾਲੇ ਵੀ ਵੇਲਾ, ਸੱਚ ਨੂੰ ਧਿਆਓ ਜੋ ਸੱਚ ਹੈ। ਸੱਚ ਨੂੰ ਜਾਣੋ, ਜੋ ਸੱਚ ਹੈ ਉਸ ਨੂੰ ਅਰਾਧੋ, ਸੱਚ ਨੂੰ ਧਿਆਵੋ। ਸੁਚ ਹੋਵੇ ਤਾਂ ਸੱਚ ਪਾਈਐ। ਸੋਚ ਤਾਂ ਮੰਨੀ ਜਾਏਗੀ ਜੇ ਤੁਸੀਂ ਸੱਚ ਨੂੰ ਪ੍ਰਾਪਤ ਕਰੋਗੇ। ਸੋਚ ਹੋਵੇ ਤਾਂ ਸੱਚ ਪਾਈਐ। ਕਹਿੰਦੇ ਭਾਈ ਸੋਚ ਵੀ ਤਾਂ ਹੋਣੀ ਹੈ ਜੇ ਸੱਚ ਦੀ ਪ੍ਰਾਪਤੀ ਕਰੋਗੇ ਤਾਂ ਸੱਚ। ਪਵਿੱਤਰਤਾ ਤਦੇ ਹੀ ਹੈ ਨਾ ਜੇ ਤੁਸੀਂ ਪਵਿੱਤਰ ਹਰੀ ਨਾਮ ਨੂੰ ਧਿਆਵੋਗੇ, ਸੱਚ ਨਾਮ ਨੂੰ ਪ੍ਰਾਪਤ ਕਰੋਗੇ। ਇਹ ਸ਼ਲੋਕ ਮਹਾਰਾਜ ਜੀ ਨੇ ਉਚਾਰਨ ਕਰਕੇ ਇਹਨਾਂ ਨੂੰ ਉਪਦੇਸ਼ ਦਿੱਤਾ। ਚੌਪਈ ਸੁਨ ਸਤ ਗੁਰ ਤੇ ਤਰਕ ਸਮੇਤਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਜੋ ਤਰਕ ਦੇ ਨਾਲ ਮਹਾਰਾਜ ਜੀ ਨੇ ਉਚਾਰਨ ਕੀਤੇ, ਇਹਦੇ ਚ ਸ਼ਬਦਾਂ ਵਿੱਚ ਤਰਕ ਸੀ ਉਸ ਵੇਲੇ ਦਾ ਬੜਾ ਵੱਡਾ ਤਰਕ। ਉਸ ਵੇਲੇ ਦੀ ਜਿਹੜੀ ਸਮਾਜ ਦੀ ਵਿਵਸਥਾ ਸੀ, ਉਹਦੇ ਚ ਜੋ ਕੁਝ ਮਾੜਾ ਹੋ ਰਿਹਾ ਸੀ, ਮਹਾਰਾਜ ਜੀ ਨੇ ਉਹਦੇ ਤੇ ਤਰਕ ਕੀਤਾ, ਬੜੇ ਵੱਡੇ ਪੱਧਰ ਤੇ ਤਰਕ ਕੀਤਾ ਕਿ ਕਿਵੇਂ ਰਿਸ਼ਵਤਖੋਰੀ ਨਾਲ, ਜ਼ਬਰਦਸਤੀ ਤਰੀਕੇ ਦੇ ਨਾਲ ਲੋਕਾਂ ਕੋਲੋਂ ਜਜ਼ੀਆ ਲਿਆ ਜਾ ਰਿਹਾ ਸੀ, ਕਿਹੋ ਜਿਹਾ ਵਰਤਾਰਾ ਸੀ। ਉਹਦਾ ਤਰਕ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤਾ ਹੈ। ਇਸ ਤਰਕ ਦੇ ਸਮੇਤ ਬਚਨ ਸੁਣ ਕੇ ਪਰਿਓ ਚਰਨ ਖੱਤਰੀ ਚਿਤ ਚੇਤਾ। ਉਹ ਜਿਹੜਾ ਖੱਤਰੀ ਸੀ ਖਲੋਤਾ, ਉਹ ਮਹਾਰਾਜ ਜੀ ਦੇ ਚਰਨਾਂ ਤੇ ਟਹਿ ਪਿਆ। ਉਹਨੂੰ ਸੋਝੀ ਆ ਗਈ, ਸਮਝ ਪੈ ਗਈ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਕਿਹਾ ਇੱਕ ਇੱਕ ਬਚਨ ਸੱਚ ਹੈ। ਉਹਨੂੰ ਸਮਝ ਪੈ ਗਈ ਕਿਉਂਕਿ ਸਮਝਾਉਣ ਵਾਲੇ ਗੁਰੂ ਨਾਨਕ ਸਾਹਿਬ ਸਨ। ਜਿਹਨੂੰ ਸਮਝਾ ਦਿੰਦੇ ਐ ਉਹਨੂੰ ਤਾਂ ਫਿਰ ਝੱਟ ਨਹੀਂ ਲਾਉਂਦੇ, ਬਸ ਫਿਰ ਤਾਂ ਅੱਖ ਦੇ ਫੋਰ 'ਚ ਹੀ ਸਮਝਾ ਦਿੰਦੇ ਐ। ਜਿਹਦੇ ਤੇ ਰੀਝਣਾ ਹੋਵੇ, ਜਿਹਦੇ ਤੇ ਦਇਆ ਦੇ ਘਰ ਵਿੱਚ ਆਉਣਾ ਹੋਵੇ। ਕਹਿੰਦੇ ਉਹ ਛਤਰੀ ਜਿਹੜਾ ਸੀ ਉੱਥੇ ਖੜਾ ਲੜਦਾ ਸੀ ਨਾ ਬਾਹਮਣ ਨਾਲ, ਉਹ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ। ਮੈਂ ਭੁੱਲੋ ਤੁਮ ਮਾਰਗ ਪਾਇਓ। ਮਹਾਰਾਜ ਮੈਂ ਭੁੱਲਿਆ ਹੋਇਆ ਸੀ, ਤੁਸੀਂ ਮੈਨੂੰ ਮਾਰਗ ਪਾਇਆ। ਗਰੀਬ ਨਵਾਜ ਕਿਰਪਾ ਕਰਿਓ, ਦਇਆ ਕਰਿਓ, ਅੱਗੇ ਵੀ ਇਸ ਰਾਹ ਤੇ ਟੋਰਿਓ। ਧਨ ਲਾਲਚ ਤੇ ਚਿਤ ਬਿਰਮਾਇਓ। ਪੈਸੇ ਦੇ ਲਾਲਚ ਨੇ ਮੇਰੀ ਬੁੱਧੀ ਭ੍ਰਸ਼ਟ ਕਰ ਦਿੱਤੀ ਸੀ, ਮੈਂ ਭੁੱਲ ਗਿਆ ਸੀ ਮੈਂ ਕਿੱਡਾ ਪਾਪ ਕਰ ਰਿਹਾ। ਪੈਸੇ ਦੇ ਲਾਲਚ ਨੇ ਮੇਰੀ ਬੁੱਧੀ ਭ੍ਰਸ਼ਟ ਕਰਕੇ ਰੱਖ ਦਿੱਤੀ ਸੀ। ਸਤਿਗੁਰੂ ਜੀ ਤੁਸੀਂ ਦਇਆ ਕੀਤੀ ਹੈ, ਤਰਸ ਕੀਤਾ ਹੈ, ਮੈਨੂੰ ਭ੍ਰਸ਼ਟ ਹੋਣ ਤੋਂ ਬਚਾ ਲਿਆ ਹੈ। ਹੇਰ ਕਿਰਪਾ ਕਰ ਨਾਮ ਦ੍ਰਿੜਾਵਾ। ਮਹਾਰਾਜ ਜੀ ਨੇ ਵੇਖਿਆ ਵੀ ਸ਼ਰਨ ਆ ਗਿਆ, ਦਇਆ ਦੇ ਘਰ ਵਿੱਚ ਆ ਕੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖ ਕੇ ਸਤਿਗੁਰੂ ਜੀ ਨੇ ਇਸ ਨੂੰ ਅੰਮ੍ਰਿਤ ਨਾਮ ਦ੍ਰਿੜ ਕਰਾ ਦਿੱਤਾ। ਆਖਿਆ ਸੱਜਣਾ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇਹ ਅੰਮ੍ਰਿਤ ਨਾਮ ਦੀ ਆਰਾਧਨਾ ਕਰਿਆ ਕਰ। ਤਰਿਓ ਕਸ਼ਟ ਤੇ ਮੋਹ ਨਸਾਵਾ। ਮਹਾਰਾਜ ਜੀ ਨੇ ਜਗਤ ਦੇ ਕਸ਼ਟਾਂ ਤੋਂ ਤਾਰ ਲਿਆ, ਮੋਹ ਦਾ ਨਾਸ ਕਰ ਦਿੱਤਾ। ਬਹੁਰ ਗਏ ਉਦਿਆਨ ਮਝਾਰਾ। ਸਤਿਗੁਰੂ ਜੀ ਨੇ ਦਇਆ ਕੀਤੀ। ਉੱਥੋਂ ਅੱਗੇ ਬਨ ਜੰਗਲ ਸੀ ਸੁਲਤਾਨਪੁਰ ਸਾਹਿਬ ਦੇ ਨੇੜੇ। ਸਤਿਗੁਰੂ ਜੀ ਜੰਗਲ ਵਾਲੇ ਪਾਸੇ ਨੂੰ ਨਿਕਲ ਗਏ। ਵੈਸੇ ਤਹਿ ਜਗ ਗੁਰ ਕਰਤਾਰਾ। ਜਿੱਥੇ ਬਿਲਕੁਲ ਹੀ ਇਕਾਂਤ ਸੀ, ਸਤਿਗੁਰੂ ਜੀ ਉੱਥੇ ਜਾ ਕੇ ਬੈਠ ਗਏ। ਜਗਤ ਕਰਤਾਰ ਸਤਿਗੁਰੂ ਜੀ ਇਕਾਂਤ ਵਿੱਚ ਬੈਠੇ ਹਨ। ਦੋਹਰਾ ਪੁਨਪੁਰ ਬਰੇ ਨ ਆਇ ਕੈ ਬਾਹਰ ਬਾਸੁਰ ਰੈਨ। ਮਹਾਰਾਜ ਜੀ ਮੁੜ ਕੇ ਫਿਰ ਨਗਰ 'ਚ ਨਹੀਂ ਆਏ, ਬਾਹਰ ਹੀ ਰਾਤ ਦਿਨ ਨਗਰ ਤੋਂ ਬਾਹਰ ਹੀ ਰਹਿੰਦੇ ਆ ਜੰਗਲ 'ਚ। ਜਿਹੜਾ ਨੇੜੇ
ਬੀਆਬਾਨ ਇਲਾਕਾ ਸੀ ਸੁਲਤਾਨਪੁਰ ਸਾਹਿਬ ਦੇ। ਉੱਥੇ ਹੀ ਮਹਾਰਾਜ ਜੀ ਬੈਠ ਰਹਿੰਦੇ ਐ, ਨਗਰ ਦੇ ਵਿੱਚ ਨਹੀਂ ਆਉਂਦੇ। ਸਮਾ ਬਿਤਾਵਹਿ ਸਤਿਗੁਰੂ ਸ੍ਰੀ ਅੰਗਦ ਸੁਨ ਬੈਨ। ਭਾਈ ਬਾਲਾ ਜੀ ਕਥਾ ਸੁਣਾਉਂਦੇ, ਗੁਰੂ ਅੰਗਦ ਸਾਹਿਬ ਜੀ ਨੂੰ ਕਹਿੰਦੇ, ਮਹਾਰਾਜ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਕੁਝ ਸਮਾਂ ਬਤੀਤ ਕੀਤਾ ਹੈ। ਚੌਪਈ ਬਾਲਾ ਬਰਨਤ ਬਹਰੋ ਮੂਲਾ। ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ। ਹੇ ਗੁਰੂ ਅੰਗਦ ਸਾਹਿਬ ਜੀ, ਜਦੋਂ ਇਦਾਂ ਕੁਝ ਦਿਨ ਬੀਤੇ ਤੇ ਬਾਬਾ ਮੂਲ ਚੰਦ ਜੀ ਜੋ ਗੁਰੂ ਨਾਨਕ ਸਾਹਿਬ ਜੀ ਦੇ ਸਹੁਰਾ ਸਾਹਿਬ ਹਨ, ਲਖਤ ਨ ਭੇਦ ਭਰਮ ਮਹਿ ਭੂਲਾ। ਉਹ ਸਤਿਗੁਰਾਂ ਦਾ ਭੇਦ ਨਹੀਂ ਜਾਣਦੇ। ਉਹਨਾਂ ਨੂੰ ਤਾਂ ਇਹ ਪ੍ਰਤੀਤ ਹੁੰਦਾ ਵੀ ਮੇਰਾ ਜਵਾਈ ਹੈ, ਮੇਰਾ ਦਮਾਦ ਹੈ। ਉਹਨਾਂ ਨੂੰ ਇਹ ਨਹੀਂ ਨਜ਼ਰ ਆਉਂਦਾ ਵੀ ਇਹ ਆਪ ਪਾਰ ਬ੍ਰਹਮ ਪਰਮੇਸ਼ਵਰ ਨੇ, ਕਰਤਾਰ ਪੁਰਖ ਅਕਾਲ ਪੁਰਖ ਨੇ। ਸਤਿਗੁਰਾਂ ਦਾ ਭੇਦ ਬਾਬਾ ਮੂਲ ਚੰਦ ਜੀ ਨਹੀਂ ਜਾਣਦੇ। ਭਇਓ ਤਿਆਰ ਚਲਨ ਨਿਜ ਨਗਰਾ। ਬਾਬਾ ਮੂਲ ਚੰਦ ਜੀ ਕੁਝ ਦਿਨ ਇੱਥੇ ਹੀ ਰਹੇ, ਫਿਰ ਉਹਨਾਂ ਨੇ ਵਾਪਸ ਆਪਣੇ ਨਗਰ ਜਾਣ ਦੀ ਤਿਆਰੀ ਕੀਤੀ। ਸਦਨ ਸੰਭਾਰਨ ਕਾਰਜ ਸਗਰਾ। ਕਿਉਂਕਿ ਕਈ ਦਿਨਾਂ ਤੋਂ ਆਏ ਸੀ ਇੱਥੇ, ਪਿੱਛੇ ਬਟਾਲੇ ਵਿੱਚ ਪਟਵਾਰੀ ਦਾ ਕੰਮ ਸੀ ਬਾਬੇ ਮੂਲ ਚੰਦ ਦਾ, ਤੇ ਘਰ ਦੇ ਕੰਮਕਾਰ ਜਿਹੜੇ ਸਨ ਉਹ ਕਈ ਰੁਕੇ ਹੋਏ ਸੀ। ਉਹ ਕਰਨ ਵਾਸਤੇ ਬਾਬਾ ਮੂਲ ਚੰਦ ਜੀ ਨੇ ਵਾਪਸੀ ਦੀ ਤਿਆਰੀ ਕੀਤੀ। ਆਨਨ ਸੋ ਇਵ ਗਿਰਾ ਉਚਾਰੀ। ਬੋਲੇ, ਕਹਿਣ ਲੱਗੇ ਬਾਬਾ ਮੂਲ ਚੰਦ ਜੀ, ਸੁਨਹੁ ਸੁਲਖਣੀ ਸੁਤਾ ਹਮਾਰੀ। ਮਾਤਾ ਸੁਲੱਖਣੀ ਜੀ ਨੂੰ ਕਹਿਣ ਲੱਗੇ, ਹੇ ਪੁੱਤਰ ਸੁਲੱਖਣੀ, ਕਿਉਂਕਿ ਮਾਤਾ ਸੁਲੱਖਣੀ ਦੇ ਪਿਤਾ ਜੀ ਨੇ ਬਾਬਾ ਮੂਲ ਚੰਦ ਜੀ। ਕਹਿੰਦੇ, ਧੀ ਰਾਣੀਏ ਸੁਲੱਖਣੀ ਸੁਣ, ਇਹ ਠਾਂ ਅਬ ਨਾ ਤੋਰ ਕਛ ਕਾਜਾ। ਹੁਣ ਇੱਥੇ ਤੇਰਾ ਕੋਈ ਕੰਮ ਨਹੀਂ ਧੀਏ, ਕਿਉਂਕਿ ਤੇਰਾ ਪਤੀ ਜਿਹੜਾ ਹੈ ਹੁਣ ਉਹ ਫਕੀਰ ਹੋ ਗਿਆ, ਉਹਨੇ ਘਰ ਨਹੀਂ ਜੇ ਆਉਣਾ, ਮੈਂ ਜਾਣ ਲਿਆ। ਤੇ ਤੂੰ ਇੱਥੇ ਇਕੱਲੀ ਕਿਹਦੇ ਆਸਰੇ ਰਹਿਣਾ, ਬੱਚੇ ਤੇਰੇ ਛੋਟੇ ਐ। ਬਾਬਾ ਮੂਲ ਚੰਦ ਜੀ ਕਹਿੰਦੇ, ਧੀ ਰਾਣੀਏ ਤੇਰਾ ਇੱਥੇ ਹੁਣ ਕੋਈ ਕੰਮ ਨਹੀਂ। ਤਵ ਪਤ ਭਾ ਫਕੀਰ ਤਜ ਲਾਜਾ। ਆਪਣੀ ਕੁੱਲ ਦੀ ਲਾਜ ਛੱਡ ਕੇ, ਸ਼ਰਮ ਛੱਡ ਕੇ, ਤੇਰਾ ਜਿਹੜਾ ਪਤੀ ਆ ਉਹ ਫਕੀਰ ਹੋ ਗਿਆ, ਨਾਨਕ ਫਕੀਰ ਬਣ ਗਿਆ। ਅਪਰਹਿ ਕਵਨ ਕਰਹਿ ਨਿਰਬਹਿਵਾ। ਹਾਂ, ਹੁਣ ਤੂੰ ਇੱਥੇ ਕਿਵੇਂ ਆਪਣੇ ਜੀਵਨ ਦਾ ਨਿਰਵਾਹ ਕਰੇਂਗੀ। ਸਦਨ ਚਲਹੋ ਮੁਝ ਹੋਇ ਸੁਖ ਤਹਿਵਾ। ਤੂੰ ਮੇਰੇ ਨਾਲ ਘਰ ਚੱਲ ਤੇ ਤੈਨੂੰ ਉੱਥੇ ਸਾਰੀਆਂ ਸੁੱਖ ਸਹੂਲਤਾਂ ਮਿਲਣਗੀਆਂ ਤੇ ਪਰਿਵਾਰ ਦੇ ਵਿੱਚ ਤੂੰ ਟੱਕੀ ਰਹੇਂਗੀ। ਕਰਮ ਮੰਦ ਹੈ ਸੁਤਾ ਤੁਮਾਰੇ। ਕੀ ਕਰਾਂ ਧੀਏ, ਤੇਰੇ ਕਰਮ ਹੀ ਮਾੜੇ ਸਨ। ਏਦਾਂ ਕਹਿੰਦੇ ਬਾਬਾ ਮੂਲ ਚੰਦ ਜੀ। ਮੈਂ ਤਾਂ ਬੜੇ ਸੋਹਣਾ ਘਰ ਵੇਖ ਕੇ, ਵਰ ਵੇਖ ਕੇ ਤੈਨੂੰ ਵਿਆਹਿਆ ਸੀ ਇੱਥੇ। ਮੈਨੂੰ ਕੀ ਪਤਾ ਸੀ ਕਿ ਧੀਏ ਆ ਕੁਝ ਹੋਣਾ, ਵੀ ਤੇਰੇ ਪਤੀ ਨੇ ਫਕੀਰ ਬਣ ਜਾਣਾ ਹੈ। ਤੇਰੇ ਤਾਂ ਕਰਮ ਹੀ ਕੋਈ ਮਾੜੇ ਸਨ। ਘਰ ਉਜਰਿਓ ਇਸ ਹਾਲ ਪਤਾਰੇ। ਤੇ ਏਦਾਂ ਤੇਰਾ ਘਰ ਉਜੜ ਗਿਆ। ਤੇਰਾ ਪਤੀ ਹੁੰਦਿਆਂ ਹੋਇਆਂ ਵੀ ਨਾਂ ਦੇ ਬਰਾਬਰ ਹੈ ਪਰ ਨਾਂ ਦੇ ਬਰਾਬਰ ਹੈ। ਤੇਰਾ ਘਰ ਉਜੜ ਗਿਆ। ਦੋਹਰਾ ਭਨਤ ਨਾਨਕੀ ਬਦਨ ਤੇ ਇਉ ਨਾ ਬਨੈ ਇਹ ਬਾਤ। ਲਾਗੇ ਬੇਬੇ ਨਾਨਕੀ ਜੀ ਬੈਠੇ ਸੀ, ਉਹ ਕੋਲੋਂ ਬੋਲੇ, ਕਹਿਣ ਲੱਗੇ, ਮਾਸੜ ਜੀ ਏਦਾਂ ਦੀਆਂ ਗੱਲਾਂ ਨਾ ਕਰੋ। ਬਾਬੇ ਮੂਲ ਚੰਦ ਨੂੰ ਕਹਿੰਦੇ ਬੇਬੇ ਨਾਨਕੀ ਜੀ, ਮਾਸੜ ਜੀ ਏਦਾਂ ਦੀਆਂ ਗੱਲਾਂ ਨਾ ਕਰੋ। ਕਿਉਂ ਪਰਜਾਈ ਕੋ ਅਬੈ ਜਾਣ ਦਿਓ ਸੰਗਤਾਤ। ਮੈਂ ਆਪਣੀ ਭਰਜਾਈ ਨੂੰ ਤੁਹਾਡੇ ਨਾਲ ਕਿਵੇਂ ਜਾਣ ਦਿਆਂ? ਮੈਂ ਨਹੀਂ ਜਾਣ ਦਿੰਦੀ, ਮੈਂ ਨਹੀਂ ਇੱਥੇ ਬੈਠੀ। ਬੇਬੇ ਨਾਨਕੀ ਜੀ ਕਹਿੰਦੇ, ਮੈਂ ਆਪਣੀ ਭਰਜਾਈ ਨੂੰ ਕਿਵੇਂ ਤੁਹਾਡੇ ਨਾਲ ਜਾਣ ਦਿਆਂ। ਚੌਪਈ ਇਕ ਤੋ ਕਰੀ ਪ੍ਰਾਤ ਗਤ ਐਸੇ। ਇੱਕ ਤਾਂ ਮੇਰੇ ਵੀਰ ਨੇ ਖੇਡ ਵਰਤਾ ਦਿੱਤੀ, ਉਹ ਫਕੀਰ ਹੋ ਗਏ ਹਨ। ਦੁਤੀ ਜਾਤ ਪਰ ਜਾਈ ਤੈਸੇ। ਤੇ ਮੇਰਾ ਵੀਰ ਘਰੋਂ ਬਾਹਰ ਚਲਾ ਗਿਆ ਤੇ ਦੂਜੀ ਮੇਰੀ ਭਰਜਾਈ ਵੀ ਟੁਰ ਗਈ। ਮੇਰੇ ਭਰਾ ਦਾ ਤਾਂ ਘਰ ਖਾਲੀ ਹੋ ਜਾਏਗਾ। ਬੇਬੇ ਨਾਨਕੀ ਕਹਿੰਦੀ, ਮੇਰੇ ਵੀਰ ਦਾ ਘਰ ਮੈਂ ਭਰਿਆ ਵੇਖ ਕੇ ਖੁਸ਼ ਹਾਂ। ਜੇ ਇੱਕ ਪਾਸੇ ਮੇਰੇ ਵੀਰ ਨੇ ਆਹ ਗੱਤ ਕੀਤੀ ਉਹਦੀਆਂ ਉਹ ਜਾਣੇ, ਤੇ ਦੂਜਾ ਮੇਰੀ ਭਰਜਾਈ ਵੀ ਘਰੋਂ ਚਲੀ ਜਾਏ ਆਪਣੇ ਪੇਕੇ ਘਰ, ਤੇ ਮੇਰੇ ਭਰਾ ਦਾ ਘਰ ਖਾਲੀ ਹੋਇਆ, ਮੈਂ ਕਿਵੇਂ ਵੇਖਾਂਗੀ। ਕਿਹ ਵਿਦਿਉਰ ਮੈਂ ਧੀਰਜ ਧਰ ਹਾਂ। ਮੈਂ ਕਿਵੇਂ ਧੀਰਜ ਰੱਖਾਂਗੀ ਜਦੋਂ ਵੇਖਾਂਗੀ ਆਪਣੇ ਭਰਾ ਦੇ ਘਰ ਨੂੰ ਤਾਲਾ ਵੱਜਾ। ਨਿਜ ਮਨ ਪਰਚਾ ਕਿਹ ਸੰਗ ਕਰਹੁ। ਮੈਂ ਆਪਣਾ ਮਨ ਕਿਹਦੇ ਨਾਲ ਪਰਚਾਵਾਂਗੀ? ਮੇਰਾ ਮਨ ਤਾਂ ਭਰਜਾਈ ਨਾਲ ਆ, ਮੇਰੇ ਭਤੀਜਿਆਂ ਨਾਲ ਮੇਰਾ ਮਨ ਪਰਚਾ। ਬੇਬੇ ਨਾਨਕੀ ਦੀ ਆਪਣੀ ਸੰਤਾਨ ਨਹੀਂ ਸੀ,
ਬੇਬੇ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਆਪਣਾ ਪੁੱਤਰ ਜਾਣ ਕੇ ਪਾਲਿਆ ਸੀ। ਜਦੋਂ ਬਾਬਾ ਜੀ ਦਾ ਜਨਮ ਹੋਇਆ ਤੇ ਸਤਿਗੁਰਾਂ ਆਖਿਆ, ਬੇਬੇ ਇਹ ਪੁੱਤ ਅਸੀਂ ਤੁਹਾਡੀ ਝੋਲੀ 'ਚ ਪਾਉਂਦੇ ਆ, ਇਹ ਤੁਹਾਡਾ ਪੁੱਤ ਹੈ। ਤੋ ਬੇਬੇ ਨਾਨਕੀ ਜੀ ਕਹਿੰਦੇ, ਤੁਸੀਂ ਇਹਨਾਂ ਨੂੰ ਲੈ ਗਏ ਤੇ ਮੈਂ ਕਿਹਦੇ ਨਾਲ ਆਪਣਾ ਇੱਥੇ ਮਨ ਪਰਚਾਵਾਂਗੀ। ਚੰਦੋ ਰਾਣੀ ਬੈਨ ਅਲਾਏ, ਲਾਗੇ ਮਾਤਾ ਚੰਦੋ ਰਾਣੀ ਵੀ ਬੈਠੀ ਸੀ, ਮਾਤਾ ਸੁਲੱਖਣੀ ਦੀ ਮਾਤਾ। ਉਹ ਕੋਲੋਂ ਬੋਲੀ, ਕਿਹ ਅਵਲੰਬ ਰਹਿ ਇਹ ਜਾਏ। ਕਹਿਣ ਲੱਗੀ, ਨਾਨਕੀ ਤੂੰ ਸਿਆਣੀ ਐ, ਦੱਸ ਵੀ ਮੈਂ ਆਪਣੀ ਧੀ ਨੂੰ ਇੱਥੇ ਕਿਹਦੇ ਆਸਰੇ ਛੱਡਾਂ। ਭਰਾ ਤੇਰਾ ਤਾਂ ਘਰ ਛੱਡ ਕੇ ਚਲਾ ਗਿਆ, ਬਾਹਰ ਫਕੀਰ ਹੋ ਗਿਆ, ਇਹਨੂੰ ਮੈਂ ਕਿਹਦੇ ਆਸਰੇ ਛੱਡਾਂ। ਜਿਹ ਕੋ ਭਰਤਾ ਭਇਓ ਫਕੀਰਾ, ਜਿਸ ਇਸਤਰੀ ਦਾ ਪਤੀ ਫਕੀਰ ਬਣ ਗਿਆ ਹੋਵੇ, ਧਰੈ ਧੀਰ ਕਿਉ ਪਈ ਅਧੀਰਾ। ਉਹਨੂੰ ਭਲਾ ਕਿਵੇਂ ਧੀਰਜ ਮਿਲੇ, ਉਹ ਕਿਵੇਂ ਧੀਰਜ ਨੂੰ ਧਾਰਨ ਕਰੇ। ਇਹ ਠਾਂ ਰਹਿਨ ਬਨੈ ਨਹਿ ਇਹ ਕੋ, ਇੱਥੇ ਨਹੀਂ ਮੇਰੀ ਧੀ ਦਾ ਰਹਿਣਾ ਬਣਦਾ, ਮੈਂ ਆਪਣੀ ਧੀ ਨੂੰ ਇੱਥੇ ਨਹੀਂ ਛੱਡਣਾ। ਨਿਕਟ ਨ ਸਾਸ ਸਸੁਰ ਘਰ ਜੇ ਕੋ, ਹਾਂ ਜੇ ਸੱਸ ਸਹੁਰਾ ਹੁੰਦੇ ਇੱਥੇ ਨੇੜੇ ਤਾਂ ਵੀ ਗੱਲ ਹੋਰ ਹੁੰਦੀ। ਇਹਦੇ ਸੱਸ ਸਹੁਰਾ ਵੀ ਨਨਕਾਣਾ ਸਾਹਿਬ ਨੇ, ਤੁਹਾਡੇ ਮਾਤਾ ਪਿਤਾ ਜੀ, ਪਿਤਾ ਮਹਿਤਾ ਕਾਲੂ ਜੀ, ਉਹ ਵੀ ਨਨਕਾਣਾ ਸਾਹਿਬ ਹਨ, ਉਹ ਵੀ ਇਹਦੇ ਨੇੜੇ ਨਹੀਂ। ਘਰ ਕੇ ਖਰਚ ਅਨੇਕ ਵਿਦ ਜੇਈ, ਨਾਨਕੀ ਤੈਨੂੰ ਪਤਾ ਘਰਾਂ ਦੇ ਕੋਈ ਖਰਚ ਥੋੜੇ ਹੁੰਦੇ ਆ, ਪਰਿਵਾਰ ਹੈ, ਬੱਚੇ ਨੇ, ਪਾਲਨੇ ਨੇ, ਘਰ ਦੇ ਕਿੰਨੇ ਖਰਚ ਨੇ, ਉਹ ਕਿਵੇਂ ਚੱਲਣਗੇ ਇਹਦੇ। ਹੇਤੂ ਬਿਨਾ ਕੋ ਸਾਰ ਨ ਲਈ, ਕੋਈ ਤੂੰ ਨਾ ਹੋਵੇ ਕਿਸੇ ਨੇ ਸਾਰ ਨਹੀਂ ਲੈਣੀ ਮੇਰੀ ਧੀ ਰਾਣੀ ਦੀ। ਦੋਹਰਾ ਅਹ ਆਤਮਜ ਬੈਸ ਲਗ, ਹਿਰਦੇ ਨ ਸੁਧ ਤਿਨ ਕੋਏ। ਤੇ ਹਾਲੇ ਬੱਚੇ ਵੀ ਛੋਟੇ ਛੋਟੇ ਨੇ, ਉਹਨਾਂ ਨੂੰ ਵੀ ਕੋਈ ਸੁਰਤ ਕੋਈ ਨਹੀਂ, ਸੰਭਾਲ ਕੋਈ ਨਹੀਂ। ਪਿਤਾ ਨਯਨ ਦੁਲਾਰਹੀ, ਪੇ ਅਨਾਥ ਸਮ ਸੋਏ। ਮੇਰੇ ਤਾਂ ਕਾਲਜੇ ਨੂੰ ਹੌਲ ਪੈਂਦੇ ਐ ਨਾਨਕੀ, ਕਿ ਨਿੱਕੇ ਨਿੱਕੇ ਬੱਚੇ ਨੇ, ਪਿਓ ਕੋਲ ਨਹੀਂ। ਮੇਰੇ ਇਹ ਬੱਚੇ ਮੇਰੇ ਦੋਤਰੇ ਤਾਂ ਪਿਓ ਦੇ ਹੁੰਦਿਆਂ ਹੀ ਅਨਾਥ ਹੋ ਗਏ ਨੇ। ਇਹਨਾਂ ਨੂੰ ਕੋਈ ਆੜ ਕੇ ਦੁਲਾਰਨ ਵਾਲਾ ਨਹੀਂ, ਘੁੱਟ ਕੇ ਆਪਣੀ ਹਿੱਕ ਨਾਲ ਲਾਣ ਵਾਲਾ ਨਹੀਂ। ਮੈਂ ਤਾਂ ਵੇਖ ਵੇਖ ਕੇ ਦੁਖੀ ਹੋ ਰਹੀ ਆ। ਚੌਪਈ ਕਿਹ ਆਧਾਰ ਇਹ ਦੋ ਬਾਲਕ, ਮੇਰੇ ਦੋਵੇਂ ਬੱਚੇ, ਮੇਰੇ ਦੋਤਰੇ ਇੱਥੇ ਕਿਹਦੇ ਆਸਰੇ ਰਹਿਣਗੇ। ਹਮ ਕਰ ਚੱਲ ਹੋਇਆ ਹੈ ਪ੍ਰਤਪਾਲਕ, ਹਾਂ ਸਾਡੇ ਨਾਲ ਜਾਣਗੇ ਉੱਥੇ, ਪਰਿਵਾਰ 'ਚ ਇਹਨਾਂ ਦੀ ਪਾਲਣਾ ਹੋ ਜਾਏਗੀ, ਪਰਵਰਿਸ਼ ਹੋ ਜਾਏਗੀ। ਸੁਰਤ ਸੰਭਾਰ ਹੈ ਕਰ ਹੈ ਕਮਾਈ, ਜਦੋਂ ਵੱਡੇ ਹੋਣਗੇ ਆਪੇ ਘਰ ਸਾਂਭ ਲੈਣਗੇ, ਕਮਾਈ ਕਰਨਗੇ, ਆਪਣੀ ਮਾਂ ਨੂੰ ਵੀ ਸਾਂਭਣਗੇ, ਆਪਣਾ ਪਰਿਵਾਰ ਸਾਂਭ ਲੈਣਗੇ। ਦੇਹ ਅਨੇਕ ਬਿਦ ਸੁਖ ਨਿਜ ਮਾਈ, ਔਰ ਆਪਣੀ ਮਾਂ ਨੂੰ ਇਹ ਸੁੱਖ ਦੇਣਗੇ। ਭਨ ਨਾਨਕੀ ਮਾਸੀ ਸੁਣੀਏ, ਸੁਣ ਕੇ ਬੇਬੇ ਨਾਨਕੀ ਜੀ ਬੋਲੇ, ਕਹਿੰਦੇ ਮਾਸੀ ਜੀ ਸੁਣੋ। ਤੂੰ ਸਿਆਣੀ ਨਿਜ ਮਨ ਮਹਿ ਗੁਨੀਏ, ਕਹਿੰਦੇ ਮਾਸੀ ਤੂੰ ਸਿਆਣੀ ਐ, ਤੂੰ ਆਪਣੇ ਮਨ 'ਚ ਵਿਚਾਰ ਕੇ ਵੇਖ। ਭਰਾਤਾ ਪਰਮੇਸ਼ੁਰ ਸਮਰੂਪਾ, ਮੇਰਾ ਜਿਹੜਾ ਭਰਾ ਹੈ ਨਾ ਉਹ ਪਰਮੇਸ਼ਰ ਹੈ। ਬੇਬੇ ਨਾਨਕੀ ਦਾ ਮਨ ਨਹੀਂ ਡੋਲਦਾ। ਬੇਬੇ ਜੀ ਕਹਿੰਦੇ ਮੇਰਾ ਭਰਾ ਉਹ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਹੈ। ਜਿਹ ਕੇ ਕਰਤਬ ਜਗਤ ਅਨੂਪਾ, ਜਿਹਦੇ ਕਰਤਬ ਸੰਸਾਰ ਵਿੱਚ ਅਨੂਪ ਨੇ, ਉਪਮਾ ਤੋਂ ਰਹਿਤ ਨੇ, ਵਰਣਨ ਨਹੀਂ ਹੋ ਸਕਦੇ। ਮਾਨਵ ਕੇ ਨਾ ਕਰਮ ਹੈ ਐਸੇ, ਮੇਰੇ ਭਰਾ ਦੇ ਕੋਈ ਆਮ ਸਧਾਰਨ ਮਨੁੱਖਾਂ ਵਾਲੇ ਕਰਤੱਵ ਨਹੀਂ। ਕਰਤ ਅਲੌਕਿਕ ਬਹੁਵਿਧ ਜੈਸੇ, ਉਹ ਤਾਂ ਅਲੌਕਿਕ ਹੀ ਕਰਮ ਕਰਦੇ ਹਨ ਜੋ ਸਾਰੇ ਜਗਤ ਤੋਂ ਨਿਰਾਲੇ ਨੇ। ਹੇਰਤ ਸੁਨਤ ਹੋਤ ਅਚੰਬਾ, ਮੈਂ ਤਾਂ ਆਪ ਵੇਖ ਕੇ ਤੇ ਸੁਣ ਕੇ ਹੈਰਾਨ ਹੁੰਨੀ ਆ। ਸਪਤ ਮੋਹ ਨਹਿ ਉਚਰੋ ਦੰਬਾ, ਮੈਂ ਪ੍ਰਾਣ ਨਾਲ ਕਹਿਨੀ ਆਵਾਂ ਮਾਸੀ, ਮੈਂ ਕੋਈ ਝੂਠ ਨਹੀਂ ਪੀ ਬੋਲਦੀ। ਮੇਰਾ ਭਰਾ ਪਰਮੇਸ਼ਰ ਹੈ, ਮੇਰਾ ਭਰਾ ਆਪ ਰੱਬ ਹੈ। ਦੋਹਰਾ ਸਗਲ ਨਗਰ ਨਰ ਪਰਸ ਪਰ, ਉਚਰਤ ਭੇ ਬਹੁ ਬਾਰ। ਸਾਰੇ ਨਗਰ ਦੇ ਲੋਕਾਂ ਨੇ ਕਈ ਵੇਰੀ ਨਹੀਂ, ਇੱਕ ਵੇਰੀ ਨਹੀਂ, ਕਈ ਵਾਰ ਇਹ ਗੱਲਾਂ ਕੀਤੀਆਂ ਆਪਸ ਵਿੱਚ। ਸਰਬ ਦਰਬ ਖਰਚਨ ਕਰੈ, ਟੋਟਾ ਹੋਏ ਅਪਾਰ। ਲੋਕ ਕਹਿੰਦੇ ਨੇ ਵੀ ਨਾਨਕ ਨੇ ਮੋਦੀ ਖਾਨੇ 'ਚ ਸਾਰਾ ਪੈਸਾ ਖਰਚ ਦਿੱਤਾ, ਇਹਨੂੰ ਘਾਟਾ ਪਵੇਗਾ।
ਏਦਾਂ ਕਈ ਵਾਰ ਲੋਕਾਂ ਨੇ ਗੱਲਾਂ ਕੀਤੀਆਂ। ਚੋਪਈ ਖੋਏ ਦਰਬ ਕੋ ਜਾਵਹਿ ਭਾਜੂ। ਲੋਕ ਕਹਿੰਦੇ ਸੀ ਇਹਨੇ ਪੈਸਾ ਉਜਾੜ ਕੇ ਭੱਜ ਜਾਣਾ ਹੈ। ਕਿਦੋ ਗਹਿ ਖਾਨਨ ਸਿਰ ਤਾਜੂ। ਜਾਂ ਦੌਲਤ ਖਾਨ ਫੜ ਕੇ ਇਹਨੂੰ ਕੈਦ ਕਰ ਲਵੇਗਾ। ਕਿਤਕ ਆਨ ਕਹੈ ਹਮ ਪਾਸਾ। ਕਈ ਤਾਂ ਸਾਨੂੰ ਵੀ ਆ ਕੇ ਚੁਗਲੀਆਂ ਕਰਦੇ ਸਨ। ਸੁਨਹਿ ਬਿਲੋ ਕਹਿ ਮਾਨਹਿ ਤਰਾਸਾ। ਅਸੀਂ ਵੀ ਡਰ ਜਾਂਦੇ ਸੀ। ਆ ਮੇਰੇ ਪਤੀ ਦੇਵ ਜੀ ਵੀ ਭੈ ਭੀਤ ਹੋ ਜਾਂਦੇ ਸੀ ਸੁਣ ਕੇ, ਖਰਚੇ ਦਰਬ ਨਰੇਸ਼ ਸਮਾਨਾ। ਕਿਉਂਕਿ ਰਾਜਿਆਂ ਵਾਂਗੂ ਮੇਰਾ ਭਰਾ ਪੈਸਾ ਖਰਚਦਾ ਸੀ। ਜਾਚ ਨ ਕੋ ਛੂਛ ਪਿਆਨਾ। ਜਿਹੜਾ ਮੰਗਦਾ ਸੀ ਕੋਈ ਖਾਲੀ ਨਹੀਂ ਸੀ ਪਰਤਦਾ ਉਹਨਾਂ ਦੇ ਘਰੋਂ। ਕਰੈ ਖਾਨ ਨਿਜ ਲੇਖਾ ਜਬ ਹੀ। ਪਰ ਹੈਰਾਨੀ ਦੀ ਗੱਲ ਸੁਣ ਮਾਸੀ, ਮੈਂ ਤੈਨੂੰ ਅੱਖਾਂ ਨਾਲ ਵੇਖੀ ਦੱਸਦੀ ਆ। ਜਦੋਂ ਦੌਲਤ ਖਾਨ ਹਿਸਾਬ ਕਿਤਾਬ ਕਰਦਾ ਸੀ, ਬਾਕੀ ਨਿਕਸੈ ਅਦ ਕਹਿ ਤਬ ਹੀ। ਵਾਧਾ ਮੇਰੇ ਵੀਰ ਦਾ ਹੀ ਨਿਕਲਦਾ ਸੀ ਉਹਦੇ ਵੱਲ। ਜਿੰਨੀ ਵੇਰੀ ਵੀ ਹਿਸਾਬ ਕਿਤਾਬ ਹੋਇਆ, ਪੁਨ ਵੇਈ ਮਹਿ ਬਾਸੁਰ ਤੀਨਾ। ਫਿਰ ਮਾਸੀ ਦੱਸ, ਕੋਈ ਪਾਣੀ 'ਚ ਬੰਦਾ 3 ਦਿਨ ਜਿਉਂਦਾ ਰਹਿ ਸਕਦਾ? 3 ਦਿਨ ਤੱਕ ਪਾਣੀ 'ਚ ਅਲੋਪ ਰਹੇ। ਰਹੇ ਖੋਜ ਨਹਿ ਕਾਹੂ ਚੀਨਾ। ਅਸੀਂ ਲੱਭਦੇ ਰਹੇ, ਭਾਲਦੇ ਰਹੇ, ਜਾਲ ਪਾ ਪਾ ਕੇ ਵੇਖਦੇ ਰਹੇ, ਨਹੀਂ ਮਿਲੇ। ਆਨ ਦੁਕਾਨ ਹੈ ਸਰਬ ਲੁਟਾਈ। 3 ਦਿਨਾਂ ਬਾਅਦ ਪ੍ਰਗਟ ਹੋਏ ਤੇ ਸਾਰੀ ਦੁਕਾਨ ਲੁਟਾ ਦਿੱਤੀ। ਲੂਟਤ ਤ੍ਰਿਪਤੇ ਤੋਟ ਨ ਆਈ। ਪਰ ਫਿਰ ਵੀ ਘਾਟਾ ਨਹੀਂ ਪਿਆ ਦੁਕਾਨ 'ਚੋਂ। ਜਦੋਂ ਗਿਣਤੀ ਕੀਤੀ ਤੇ 760 ਰੁਪਇਆ ਵਾਧਾ ਨਿਕਲਿਆ। ਮਾਸੀ ਔਰ ਭਈ ਇਹ ਬਾਤਾ। ਮਾਸੀ ਇੱਕ ਗੱਲ ਹੋਰ ਮੈਂ ਤੈਨੂੰ ਸੁਣਾਵਾਂ। ਜੋ ਮਸੀਤ ਸਭ ਤੁਮ ਬਖਿਆਤਾ। ਜਿਹੜੀ ਮਸੀਤ ਵਿੱਚ ਹੋਈ, ਕਿਵੇਂ ਉਹਨਾਂ ਦੇ ਦਿਲਾਂ ਦੀਆਂ ਬੁੱਝ ਕੇ ਦੱਸ ਦਿੱਤੀਆਂ ਅੰਤਰਯਾਮਤਾ ਨਾਲ। ਸ਼ਕਤ ਨ ਐਸੀ ਕਿਹ ਨਰ ਮਾਹੀ। ਇਹ ਸ਼ਕਤੀ ਕਿਸੇ ਸਧਾਰਨ ਬੰਦੇ 'ਚ ਨਹੀਂ ਹੋ ਸਕਦੀ ਵਰਤੀ ਹਿਰਦੇ ਬਤਾਵਹਿ ਕਿ ਤਾਈ। ਕਿਸੇ ਦੇ ਅੰਦਰ ਮਨ 'ਚ ਬੁੱਝ ਲੈਣੀ ਉਹਦੇ ਅੰਦਰ ਕੀ ਵਰਤ ਰਹੀ ਹੈ। ਇਹ ਕੇਵਲ ਗੁਰੂ ਨਾਨਕ ਸਾਹਿਬ ਜੀ ਨੇ ਜਾਣਿਆ। ਦੋਹਰਾ ਪਰ ਜਾਈ ਪਰ ਕ੍ਰੋਧ ਕੁਛ, ਜੇ ਕਰ ਤੋ ਮਮ ਭਰਾਤ। ਹਾਂ, ਜੇ ਮੇਰੀ ਭਰਜਾਈ ਦੇ ਉੱਤੇ ਮੇਰਾ ਭਰਾ ਕੋਈ ਗੁੱਸਾ ਕਰਦਾ, ਹਾਥ ਬੰਦ ਕਰ ਬੇਨਤੀ ਬਖਸ਼ਾਵਤ ਸਭ ਭਾਂਤ। ਮੈਂ ਹੱਥ ਜੋੜ ਕੇ ਬੇਨਤੀ ਕਰਕੇ ਭਰਾ ਕੋਲੋਂ ਬਖਸ਼ਾ ਲੈਂਦੀ। ਚੌਪਈ ਰੋਸ ਰਤੀਕ ਨ ਹੈ ਮਨ ਮਾਹੀ। ਪਰ ਮੇਰੇ ਭਰਾ ਦੇ ਅੰਦਰ ਤਾਂ ਕੋਈ ਮਾੜਾ ਮੋਟਾ ਰੋਸ ਹੈ ਹੀ ਨਹੀਂ। ਉਹ ਤਾਂ ਕਦੇ ਗੁੱਸੇ ਵਿੱਚ ਇਹਦੇ ਤੇ ਆਏ ਹੀ ਨਹੀਂ। ਕੋ ਚਾਲ ਤਿਨ ਕੇ ਤਨ ਨਾਹੀ। ਉਹਨਾਂ ਦੇ ਸਰੀਰ 'ਚ ਇੱਕ ਵੀ ਖਾਮੀ ਨਹੀਂ ਹੈ ਮਾਸੀ, ਇੱਕ ਵੀ ਔਗਣ ਨਹੀਂ ਉਹਨਾਂ ਵਿੱਚ। ਆਵਤ ਜੋ ਔਰ ਮਹਿ ਸੋ ਕਰਈ। ਬਸ ਉਹ ਆਪਣੀ ਮੌਜ 'ਚ ਕਰਦੇ ਆ ਜੋ ਕਰਦੇ। ਉਹਨਾਂ ਦੇ ਮਨ 'ਚ ਜੋ ਆਉਂਦਾ ਉਹ ਕਰਦੇ ਨੇ। ਕਿਸੋ ਲੋਕ ਕੀ ਲਾਜ ਨ ਧਰਈ। ਉਹ ਲੋਕਾਂ ਦੀ, ਸੰਸਾਰ ਦੀ ਲਾਜ ਨਹੀਂ ਰੱਖਦੇ। ਤੇ ਪਰ ਨਹਿ ਬਸ ਮਾਸੀ ਹਮਰਾ। ਹੇ ਮਾਸੀ, ਮੇਰਾ ਉਹਨਾਂ ਤੇ ਵਸ ਨਹੀਂ ਚੱਲਦਾ। ਜੇ ਮੇਰਾ ਵਸ ਚੱਲੇ ਮੈਂ ਵੀਰ ਦੀ ਬਾਹ ਫੜ ਕੇ ਇੱਥੇ ਰੋਕ ਲਵਾਂ। ਉਹ ਕਰਦੇ ਆਪਣੀ ਮਰਜ਼ੀ ਨੇ, ਆਪਣੀ ਇੱਛਾ ਨਾਲ, ਕਿਸੇ ਦੀ ਲਾਜ ਨਹੀਂ ਰੱਖਦੇ। ਲੋਕ ਲਾਜ ਤੋਂ ਰਹਿਤ ਨੇ। ਮੇਰਾ ਉਹਨਾਂ ਤੇ ਕੋਈ ਜ਼ੋਰ ਨਹੀਂ। ਸਭ ਗੁਣ ਐਨ ਜਮਾਤਾ ਤੁਮਰਾ। ਤੇਰੇ ਜਵਾਈ ਵਿੱਚ ਸਾਰੇ ਗੁਣ ਹੀ ਗੁਣ ਨੇ, ਔਗਣ ਕੋਈ ਨਹੀਂ। ਮਰਮ ਜੋ ਤਿਸ ਕੋ ਜਾਏ ਨਾ ਜਾਣਾ। ਉਹਨਾਂ ਦਾ ਮਰਮ, ਉਹਨਾਂ ਦਾ ਭੇਦ ਨਹੀਂ ਜਾਣਿਆ ਜਾਂਦਾ। ਕਾਰਨ ਕੌਣ ਵੇਖ ਇਹੋ ਠਾਨਾ। ਮੈਨੂੰ ਨਹੀਂ ਪਤਾ ਉਹਨਾਂ ਨੇ ਵੇਖ ਕਿਉਂ ਧਾਰਨ ਕੀਤਾ, ਉਹ ਫਕੀਰੀ ਲਿਬਾਸ ਵਿੱਚ ਕਿਉਂ ਆਏ ਨੇ। ਰਹਿਣ ਦਿਓ ਇਹ ਠਾਂ ਪਰ ਜਾਈ। ਪਰ ਮੈਂ ਤੁਹਾਨੂੰ ਤਾਂ, ਤੁਹਾਡੇ ਤੇ ਤਾਂ ਜ਼ੋਰ ਚੱਲਦਾ ਨਾ ਮਾਸੀ, ਮੇਰੇ ਵੀਰ ਤੇ ਨਹੀਂ ਚੱਲਦਾ। ਤੁਹਾਡੇ ਤੇ ਤਾਂ ਜ਼ੋਰ ਨਾਲ ਕਹਿ ਸਕਦੀਆਂ ਨਾ ਵੀ ਮੇਰੀ ਭਰਜਾਈ ਨੂੰ ਰਹਿਣ ਦਿਓ ਇੱਥੇ, ਇਹਨੂੰ ਨਾ ਲੈ ਕੇ ਜਾਇਓ। ਕਰ ਮੁਝ ਪਰ ਉਪਕਾਰ ਭਲਾਈ। ਇਹ ਮਾਸੀ, ਇਹ ਤੇਰਾ ਪਰਉਪਕਾਰ ਹੋਵੇਗਾ ਮੇਰੇ ਤੇ। ਮੈਂ ਤਾਂ ਜ਼ਿੰਦਗੀ ਤੇਰੇ ਉਪਕਾਰ ਨੂੰ ਮੰਨਾਂਗੀ। ਜੇ ਹਟ ਕਰ ਲੈ ਜਾਵੋ ਅਬਈ। ਪਰ ਜੇ ਤੁਸੀਂ ਨਹੀਂ ਮੰਨਦੇ, ਹੱਠ ਕਰਦੇ ਹੋ, ਜ਼ੋਰ ਕਰਦੇ ਹੋ, ਉਧਰ ਜਾਏ ਹਿਰਦਾ ਮਮ ਤਬਹੀ। ਤੇ ਮੇਰਾ ਹਿਰਦਾ ਉਧਰ ਜਾਏਗਾ। ਉਧਰ ਵੀਰ ਚਲਾ ਗਿਆ, ਉਧਰੋਂ ਭਰਜਾਈ ਤੇ ਮੇਰੇ ਭਤੀਜੇ, ਮੇਰੀਆਂ ਅੱਖਾਂ ਤੋਲੇ ਹੋ ਗਏ। ਮੇਰੀ ਤਾਂ ਜਿੰਦ ਨਿਕਲ ਜਾਣੀ ਹੈ ਸਰੀਰ ਚੋਂ। ਮੇਰਾ ਹਿਰਦਾ ਉਧਰ ਜਾਏਗਾ। ਹੇ ਮਾਸੀ, ਮੇਰੇ ਤੇ ਉਪਕਾਰ ਕਰੋ। ਬੇਬੇ ਨਾਨਕੀਓਂ ਬੇਨਤੀਆਂ ਕਰਦੀ ਹੈ। ਅਖੀਰ ਫੈਸਲਾ ਹੋ ਰਿਹਾ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਦੀ ਅੰਮ੍ਰਿਤ ਕਥਾ। ਕਿੱਡਾ ਵੱਡਾ ਉਪਕਾਰ ਹੈ ਸਤਿਗੁਰਾਂ ਦਾ।
ਮਹਾਰਾਜ ਜੀ ਨੂੰ ਪਤਾ ਸੀ ਆਪਣੇ ਇਸ ਛੋਟੇ ਪਰਿਵਾਰ ਨੂੰ ਤਿਆਗਣ ਦਾ ਮਤਲਬ ਇਹੀ ਸੀ ਕਿ ਮੈਂ ਇੱਕ ਵੱਡਾ ਪਰਿਵਾਰ ਸਥਾਪਿਤ ਕਰਨਾ।